ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਿੰਦਰ ਸਿੰਘ ਗਿੱਲ ਪ੍ਰੋਗਰਾਮ ਚਰਚਾ ਲੈ ਕੇ ਮੈਂ ਹਾਜ਼ਰ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਬੀਤੇ ਹਫਤੇ ਦੇ ਵਿੱਚ ਜੋ ਕੁਝ ਵਾਪਰਿਆ ਉਸ ਚੀਜ਼ ਦੇ ਉੱਤੇ। ਤੇ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਸਾਥ ਦਿੰਦੇ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਵੀਰ ਸਿੰਘ ਜੀ ਪੱਟੀ। ਸੋ ਅੱਜ ਵੀ ਉਹ ਸਾਡੇ ਨਾਲ ਨੇ ਤੇ ਆਓ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਪੱਟੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੱਟੀ ਸਾਹਿਬ, ਸਭ ਤੋਂ ਪਹਿਲਾਂ ਅੱਜ ਦੇ ਚਰਚਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਤੇ ਸਭ ਤੋਂ ਪਹਿਲੀ ਗੱਲ ਮੈਂ ਇਹ ਜਾਣਨਾ ਚਾਹੂੰਗਾ ਕਿ ਆਸਿਫਾ ਦਾ ਜਿਹੜਾ ਕਠੂਆ ਦੇ ਵਿੱਚ ਰੇਪ ਹੋਇਆ ਆ ਉਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਭਾਰਤੀ ਮੀਡੀਆ ਦੀ ਮੈਂ ਗੱਲ ਕਰਾਂ ਤਾਂ ਉਹ ਉਸ ਚੀਜ਼ ਦੇ ਉੱਤੇ ਹੁਣ ਪਰਦਾ ਪਾਉਣ ਦੀ ਕੋਸ਼ਿਸ਼ ਦੇ ਵਿੱਚ ਆ। ਇਹ ਕਿਹਾ ਜਾ ਰਿਹਾ ਆ ਕਿ ਜਿਹੜੇ ਮੰਦਿਰ ਦੇ ਜ਼ਿਕਰ ਹੋਇਆ ਵਾ ਉਸ ਮੰਦਿਰ ਦੇ ਵਿੱਚ ਬਹੁਤ ਵੱਡਾ ਭੰਡਾਰਾ ਸੀਗਾ। ਜਦੋਂ ਉਹ ਭੰਡਾਰਾ ਉੱਥੇ ਹੋਇਆ ਉਦੋਂ ਲੋਕਾਂ ਨੂੰ ਕਿਉਂ ਨਹੀਂ ਪਤਾ ਲੱਗਾ, ਜਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ। ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਜੇ? ਪਹਿਲੋਂ ਮਾਮਲਾ ਜਿਹੜਾ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਹੁੰਚ ਗਿਆ ਤੇ ਹੁਣ ਇਸ ਚੀਜ਼ ਨੂੰ ਜਿਹੜਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਜਾਂ ਕੀ ਕੀਤਾ ਜਾ ਰਿਹਾ? ਵੇਖੋ ਜੀ, ਇਹੋ ਜਿਹੇ ਮਾਮਲੇ ਜਿਹੜੇ ਆ ਪਹਿਲੀ ਗੱਲ ਤੇ ਵਾਪਰਨੇ ਨਹੀਂ ਚਾਹੀਦੇ। ਜੇ ਵਾਪਰਨੇ ਚਾਹੀਦੇ ਉਹਦੀ ਪ੍ਰੋਪਰਲੀ ਇਨਕੁਆਇਰੀ ਹੋਣੀ ਚਾਹੀਦੀ ਜੀ। ਭਾਵੇਂ ਕਿ ਉਹ ਉੱਥੋਂ ਦਾ ਜਿਹੜਾ ਡੋਗਰਾ ਭਾਈਚਾਰਾ ਜਿਨ੍ਹਾਂ ਦਾ ਉਹ ਮੰਦਿਰ ਆ ਜੀ, ਉਹ ਉੱਥੇ ਭੁੱਖ ਹੜਤਾਲ 'ਤੇ ਵੀ ਬੈਠੇ ਨੇ। ਉਹ ਕਹਿ ਰਹੇ ਨੇ ਵੀ ਮੰਦਿਰ ਦੇ ਵਿੱਚ ਕੁਝ ਨਹੀਂ ਹੋਇਆ, ਜੀ, ਮੰਦਿਰ 'ਚ ਬਣਾਇਆ ਗਿਆ, ਮੰਦਿਰ ਨੂੰ ਬਦਨਾਮ ਕੀਤਾ ਗਿਆ। ਅਸੀਂ ਮੰਦਿਰ ਨੂੰ ਬਦਨਾਮ ਨਹੀਂ ਹੋਣ ਦੇਵਾਂਗੇ। ਉਹਨਾਂ ਨੇ CBI ਦੀ ਜਾਂਚ ਦੀ ਮੰਗ ਕੀਤੀ ਹੈ। ਜੀ, ਖੈਰ ਜਾਂਚ ਤਾਂ ਹੋਣੀ ਚਾਹੀਦੀ ਜ਼ਰੂਰ ਵੀ ਕਿਹੜਾ ਬੰਦਾ ਦੋਸ਼ੀ, ਅਸਲੀ ਦੋਸ਼ੀ ਸਾਹਮਣੇ ਆਉਣੇ ਚਾਹੀਦੇ ਆ, ਨਕਲੀ ਨਹੀਂ ਹੋਣੇ ਚਾਹੀਦੇ। ਲੇਕਿਨ ਇਹ ਗੱਲ ਤਾਂ ਕਹਿਣੀ ਪਊ ਵੀ ਆਸਫਾ ਦਾ ਮਰਡਰ ਹੋਇਆ, ਉਹਦੇ ਨਾਲ ਬਲਾਤਕਾਰ ਹੋਇਆ, ਉਹਦੇ ਸਰੀਰ 'ਤੇ ਨਿਸ਼ਾਨ ਆਏ ਨੇ। ਜੀ, ਕਿਉਂ ਆਏ ਨੇ? ਇਸ ਕਰਕੇ ਜੇ ਅਜੇ ਤੱਕ ਵੀ ਸਰਕਾਰ ਜਿਹੜੀ ਹੈ ਜਾਂ ਸਾਡੀਆਂ ਜਿਹੜੀਆਂ ਏਜੰਸੀਆਂ ਅਜੇ ਵੀ ਅਸਲੀ ਕਾਤਲ ਨੂੰ ਲੱਭ ਸਕੀਏ ਤਾਂ ਮੈਂ ਸੋਚਦਾ ਇਹ ਤੋਂ ਕੋਈ ਜਿਹੜੀ ਆ ਘਟੀਆ ਹੋਰ ਕਾਰਨ ਨਹੀਂ ਹੋ ਸਕਦਾ ਕੋਈ ਨਾ ਕੋਈ। ਚਾਹੀਦਾ ਇਹ ਆ ਵੀ ਆਸਫਾ ਦੇ ਜਿਹੜੇ ਆ ਕਾਤਲ ਜਿਹੜੇ ਫੜੇ ਗਏ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਅਤੇ ਜੇ ਕੋਈ ਹੋਰ ਤਾਂ ਉਹਦੀ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਅਤੇ ਡੋਗਰਾ ਭਾਈਚਾਰਾ ਜਿਹੜਾ ਡਿਮਾਂਡ ਕਰ ਰਿਹਾ ਵਾ ਇਹ ਘਟਨਾ ਇੱਥੇ ਵਾਪਰੀ ਨਹੀਂ, ਜੀ, ਉਹਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਆ। ਉਹ ਹਾਈਵੇ ਦੇ ਉੱਤੇ ਆਪਣੇ ਉੱਥੇ ਜਿਹੜੀ ਸੀ ਭੁੱਖ ਹੜਤਾਲ 'ਤੇ ਬੈਠੇ ਆ। ਆਸਫਾ ਵਰਗੀਆਂ ਮੇਰੇ ਖਿਆਲ ਜੋ ਮੈਂ ਇੱਕ ਪੇਪਰ 'ਚ ਪੜ੍ਹ ਰਿਹਾ ਸੀ ਵੀ ਕਰੀਬ ਹਰ ਡੇਲੀ ਇੰਡੀਆ ਦੇ ਵਿੱਚ 170 ਦੇ ਕਰੀਬ ਜਿਹੜੇ ਸੀ ਬਲਾਤਕਾਰ ਹੁੰਦੇ ਨੇ। 290 ਦੇ ਕਰੀਬ ਬੱਚਿਆਂ ਦਾ ਸ਼ੋਸ਼ਣ ਹੁੰਦਾ ਵਾ, ਹਜ਼ਾਰਾਂ ਬੱਚੇ ਚੋਰੀ ਹੁੰਦੇ ਨੇ। ਇਸ ਚੀਜ਼ ਨੂੰ ਰੋਕਣ ਵਾਸਤੇ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਆ। ਬਲਾਤਕਾਰ ਜਿਹੜੇ ਆ ਰੁਕਣੇ ਤੇ ਹੈ ਨਹੀਂ ਤੇ ਘਟਾਏ ਜ਼ਰੂਰ ਸਕਦੇ ਆ। ਰੁਕਣੇ ਇਸ ਕਰਕੇ ਨਹੀਂ ਕਿ ਸਾਡੀ ਮਾਨਸਿਕਤਾ ਬਣ ਚੁੱਕੀ ਹੈ ਇਹੋ ਜਿਹੀ ਇੱਕ, ਜਦੋਂ ਬੰਦੇ ਤੇ ਹਵਸ ਸਵਾਰ ਹੋ ਜਾਂਦੀ ਉਦੋਂ ਉਹਨੂੰ ਕੁਛ ਹੋਰ ਦਿਸਦਾ ਨਹੀਂ ਗਾ। ਲੇਕਿਨ ਇੱਕ ਆਸਫਾ ਵਰਗੀ ਲੜਕੀ, ਇੱਕ ਮਾਸੂਮ ਬੱਚੀ ਜਿਹਦੇ ਆਪਣੇ ਅੰਗ ਵੀ ਡਿਵੈਲਪ ਨਹੀਂ ਸੀ, ਉਹਦੇ ਨਾਲ ਇਹ ਜਿਹੀ ਘਟਨਾ ਵਾਪਰੀ ਬਹੁਤ ਹੀ ਮੰਦਭਾਗੀ ਹੈ। ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਥੋੜ੍ਹੀ ਹੈ। ਜੀ ਪੱਟੀ ਸਾਹਿਬ, ਇੱਕ ਚੀਜ਼ ਹੋਰ ਸਾਹਮਣੇ ਆਈ ਆ ਕਿ ਪਾਕਿਸਤਾਨ ਨੂੰ ਇੱਕ ਜਥਾ ਜਿਹੜਾ 717 ਸ਼ਰਧਾਲੂਆਂ ਦਾ ਗਿਆ ਸੀਗਾ, ਉਸ ਵਿੱਚੋਂ ਇੱਕ ਔਰਤ ਜਿਹੜੀ ਕਿ ਗੜ੍ਹ ਸ਼ੰਕਰ ਹੁਸ਼ਿਆਰਪੁਰ ਦੀ ਸੀਗੀ, ਉਸਨੇ ਉੱਥੇ ਜਾ ਕੇ ਜਿਹੜਾ ਵਿਆਹ ਵਾ ਉਹ ਕਰਾ ਲਿਆ ਆ। ਉਹ ਜਥੇ ਨਾਲ ਵਾਪਸ ਨਹੀਂ ਪਰਤੇਗੀ ਹੁਣ ਉੱਥੋਂ। ਕੀ ਇਹ ਚੀਜ਼ ਕਿਸ ਤਰ੍ਹਾਂ ਦੀ ਆ? ਕੀ ਮਾਮਲਾ ਹੈ ਪੂਰਾ? ਵੇਖੋ ਜੀ, ਉੱਥੇ ਜਾ ਕੇ ਵਿਆਹ ਕਰਵਾਉਣਾ ਜਿਹੜੀ ਆ ਉਹਦੀ ਆਪਣੀ ਜਿਹੜੀ ਮਰਜ਼ੀ, ਉਹਦੇ 'ਤੇ ਅਸੀਂ ਕੋਈ ਟਿੱਪਣੀ ਬਹੁਤੀ ਨਹੀਂ ਕਰ ਸਕਦੇ। ਉਹਨੇ ਕਰਵਾ ਲਿਆ ਜਾਂ ਕਰਵਾਇਆ ਗਿਆ, ਇਹ ਬਾਅਦ ਦੀ ਗੱਲ। ਉਹ ਜਿਹੜੀ ਇਨਵੈਸਟੀਗੇਸ਼ਨ ਚਾਹੇਗਾ ਸਾਰਾ। ਜੀ, ਕੁਛ ਉਹਨੂੰ ਫੰਡਿੰਗ ਫੋਰਨ ਤੋਂ ਵੀ ਹੋਈ, ਉਹਦੇ ਖਾਤੇ 'ਚ ਪੈਸੇ ਵੀ ਆਈ ਵੀ ਕਿਹਾ ਜਾਂਦਾ ਵਾ। ਜੀ, ਉਹ ਬੀਬੀ ਜਿਹੜੀ ਆ ਬੇਸਿਕਲੀ ਦਿੱਲੀ ਦੀ ਰਹਿਣ ਵਾਲੀ ਸੀ, ਲੇਕਿਨ 2005 ਦੇ ਵਿੱਚ ਨਰਿੰਦਰ ਸਿੰਘ ਜਿਹੜਾ ਐਸੇ ਵਿਅਕਤੀ ਸੀ, ਇੱਕ ਸਰਦਾਰ ਵਿਅਕਤੀ ਸੀ, ਇੱਕ ਮਕੈਨਿਕ ਸੀਗਾ, ਉਹਦੇ ਉਹ ਸੰਪਰਕ 'ਚ ਆਈ ਅਤੇ ਉਹਦੇ ਨਾਲ ਜਿਹੜੀ ਸੀ ਲਵ ਮੈਰਿਜ ਕੀਤੀ। ਜੀ, 2005 ਤੋਂ ਲੈ ਕੇ 2012 ਤੱਕ ਉਹਨਾਂ ਦੇ ਘਰ 3 ਬੱਚੇ ਪੈਦੇ ਹੋਏ, ਇੱਕ ਬੇਟੀ ਹੈ, ਸ਼ਾਇਦ 2 ਬੇਟੇ ਨੇ। ਅਤੇ 2013 'ਚ ਨਰਿੰਦਰ ਸਿੰਘ ਦੀ ਜਿਹੜੀ ਸੀ ਇੱਕ ਐਕਸੀਡੈਂਟ ਵਿੱਚ ਮੌਤ ਹੋ ਗਈ। ਜੀ, ਉਹਦੀ ਮੌਤ ਹੋਣ ਤੋਂ ਬਾਅਦ ਜਿਹੜੀ ਇੰਨੀ ਆਜ਼ਾਦ ਦਿੱਲੀ 'ਚ ਰਹੀ ਹੋਵੇ ਬੀਬੀ, ਜਿਹਨੇ ਆ ਕੇ ਲਵ ਮੈਰਿਜ ਕਰਾਈ ਹੋਵੇ ਇੱਥੇ ਪੰਜਾਬ ਆ ਕੇ, ਅਤੇ ਤੁਸੀਂ ਆਪ ਮਹਿਸੂਸ ਕਰ ਲਓ ਕਿ ਉਹ ਕਿੰਨੀ ਕੁ ਫਾਰਵਰਡ ਹੋਏਗੀ। ਜੀ, ਖੈਰ ਚਲੋ, ਉਹਦੀ ਇਹ ਵੀ ਇੱਕ ਵੱਖਰੀ ਗੱਲ ਆ। ਲੇਕਿਨ ਉਹਦਾ ਜਿਹੜਾ ਸੀ ਸੋਸ਼ਲ ਮੀਡੀਆ ਰਾਹੀਂ ਇੱਕ ਜਿਹੜਾ ਵਿਅਕਤੀ ਆ ਪਾਕਿਸਤਾਨ ਦਾ, ਜਿਹੜਾ ਆਜ਼ਮ ਖਾਨ ਸ਼ਾਇਦ ਨਾਂ ਉਹਦੇ ਨਾਲ ਟਾਈ ਅਪ ਹੋਣਾ, ਉਹਦੇ ਨਾਲ ਸਾਰੀ ਗੱਲਬਾਤ ਕਰਨੀ, ਇੱਕ ਪ੍ਰੋਗਰਾਮ ਬਣਾਉਣਾ ਪਾਕਿਸਤਾਨ ਜਾਣ ਦਾ, ਫਿਰ ਜਥੇ ਨਾਲ ਜਾਣਾ। ਜੀ, ਜਥੇ ਦੇ ਨਾਲ ਜਾਣਾ ਜਿਹੜਾ ਵਾ ਸ਼੍ਰੋਮਣੀ ਕਮੇਟੀ ਵੱਲ ਤੇ ਇਕੱਲੇ ਕਰੇ ਬੰਦੇ ਨੂੰ ਕਮਰਾ ਦੀ ਸਰਾਂ 'ਚ ਦਿੰਦੇ, ਉਹਦਾ ਵੀਜ਼ਾ ਕਿਵੇਂ ਲੱਗ ਗਿਆ? ਜਦੋਂ ਕਿ ਜਿਹੜੇ ਹੁਸ਼ਿਆਰਪੁਰ ਦੇ 4 ਮੈਂਬਰ SGPC ਆ ਉਹ ਕਹਿ ਚੁੱਕੇ ਨੇ ਵੀ ਅਸੀਂ ਕੋਈ ਉਹਦੀ ਐਪਲੀਕੇਸ਼ਨ ਰਿਕਮੈਂਡ ਨਹੀਂ ਕੀਤੀ। ਜੀ, ਲੇਕਿਨ ਜਾਂਚ ਤੋਂ ਕੁਝ ਪਤਾ ਲੱਗ ਰਿਹਾ, ਜਾਂਚ ਕਮੇਟੀ ਤੇ ਬਣਾ ਦਿੱਤੀ ਪ੍ਰਧਾਨ ਨੇ ਕਿ 3 ਮੈਂਬਰੀ ਜਾਂਚ ਕਮੇਟੀ ਕਰੇਗੀ ਅਤੇ ਆਪਣੀ ਰਿਪੋਰਟ 1 ਹਫ਼ਤੇ 'ਚ ਦੇਵੇਗੀ। ਉਹ ਦਿੰਦੀ ਹੈ ਜਾਂ ਨਹੀਂ ਦਿੰਦੀ, ਕਿਉਂ ਆਮ ਤੌਰ 'ਤੇ ਸਬ ਕਮੇਟੀਆਂ ਜਿਹੜੀਆਂ ਉਹ ਸਭ ਕੁਝ ਮਿੱਟੀ ਕਰਨ ਵਾਸਤੇ ਬਣਾਈ ਜਾਂਦੀਆਂ SGPC ਦੇ ਵਿੱਚ, ਆਮ ਧਾਰਨਾ ਪਾਈ ਜਾਂਦੀ ਉਹਨਾਂ ਦੀ। ਲੇਕਿਨ ਉਹਦੇ ਵਿੱਚ ਇੱਕ ਅਧਿਕਾਰੀ ਦਾ ਨਾਂ ਆ ਰਿਹਾ,
ਤੇ ਇੱਕ ਜਿਹੜਾ ਸੀ ਪੋਲੀਟੀਕਲ ਆਗੂ ਉਹਦੇ ਪੀਏ ਦਾ ਨਾਂ ਆ ਰਿਹਾ ਵੀ ਇਹ ਦੋ ਵਿਅਕਤੀਆਂ ਦੇ ਜਿਹੜੇ ਸੀ ਉਹਦਾ ਨਾਂ ਜਿਹੜਾ ਉਹਦੇ 'ਚ ਪਿਆ ਹੋਇਆ ਵਾ, ਤੇ ਜੇ ਪਾਇਆ ਤੇ ਕਿਉਂ ਪਾਇਆ, ਉਹਦੀ ਕੀ ਪਹੁੰਚ ਸੀ ਉਹਨਾਂ ਤੇ ਕੀ ਪਹੁੰਚ ਨਹੀਂ ਸੀ, ਤੇ ਉਹ ਨਾਂ ਕਿਵੇਂ ਪਿਆ, ਇਹਦੀ ਜਾਂਚ ਹੋਣੀ ਚਾਹੀਦੀ ਹੈ। ਕੋਈ ਜੱਥੇ ਦੀ ਬਦਨਾਮੀ ਹੁੰਦੀ ਦੇ ਨਾਲ ਕਿ ਜੱਥੇ 'ਚ ਲਟਕੀ ਗਈ ਹੈ ਤੇ ਉਹਨੇ ਇਹ ਕੰਮ ਕੀਤਾ। ਜੀ ਜੀ ਭੱਟੀ ਸਾਹਿਬ, ਇੱਕ ਪੰਜਾਬ ਦੀ ਸਿਆਸਤ ਦੀ ਗੱਲ ਕਰਾਂ ਤਾਂ ਲੰਮੇ ਸਮੇਂ ਤੋਂ ਚਰਚਾ ਚੱਲ ਰਹੀ ਸੀ ਪੰਜਾਬ ਦੀ ਜਿਹੜੀ ਮੰਤਰੀ ਮੰਡਲ ਹੈ ਉਸ ਦੇ ਵਿੱਚ ਵਾਧੇ ਦੀ, ਉਹ ਵਾਧਾ ਜਿਹੜਾ ਆ ਉਹ ਹੋਇਆ ਆ ਤੇ ਨਵੇਂ ਚਿਹਰੇ ਜਿਹੜੇ ਆ ਉਹ ਸਾਹਮਣੇ ਆਏ ਆ। ਕਿਸ ਤਰ੍ਹਾਂ ਦੇਖਦੇ ਜੇ ਇਹ ਵਾਧਾ, ਇਸ ਦੇ ਵਿੱਚ ਕਿਸੇ ਦਲਿਤ ਲੀਡਰ ਨੂੰ ਜਿਹੜਾ ਆ ਉਹ ਸ਼ਾਮਲ ਨਹੀਂ ਕੀਤਾ ਗਿਆ? ਰਾਜਕੁਮਾਰ ਵੇਰਕਾ ਦਾ ਨਾਮ ਸੀਗਾ, ਹੋਰ ਵੀ ਬਹੁਤ ਸਾਰੇ, ਜਿਸ ਤੋਂ ਨਾਰਾਜ਼ ਹੋ ਕੇ ਸੰਗਤ ਸਿੰਘ ਖੇਲਚੀਆਂ ਜਿਹੜੇ ਉੜਮੜ ਟਾਂਡਾ ਤੋਂ ਉਹਨਾਂ ਨੇ ਕਾਂਗਰਸ ਦੇ ਸਾਰੇ ਅਹੁਦੇ ਜਿਹੜੇ ਉਹਨਾਂ ਤੋਂ ਅਸਤੀਫਾ ਦੇ ਦਿੱਤਾ ਆ। ਕੀ ਇਹ ਵਾਧਾ ਜਿਹੜਾ ਆ ਉਹ ਵਾਕਿਆ ਹੀ ਉਹਨਾਂ ਨਾਲ ਧੱਕਾ ਹੋਇਆ? ਲੇਡੀਜ਼ ਨੂੰ ਨਹੀਂ ਸ਼ਾਮਲ ਕੀਤਾ ਗਿਆ, ਸਿਰਫ 9 ਜਿਹੜੇ ਆ ਉਹ ਲੋਕ ਸ਼ਾਮਲ ਕੀਤੇ ਗਏ, ਵੀ ਕਿਹਾ ਜਾ ਰਿਹਾ ਕਿ ਜਿਹੜੇ ਕੈਪਟਨ ਦੇ ਕਰੀਬੀ ਸੀ। ਪੰਜਾਬ ਵਿਧਾਨ ਸਭਾ ਦੇ ਵਿੱਚ ਸਿਰਫ 6 ਲੇਡੀਜ਼ ਨੇ, ਜਿਨ੍ਹਾਂ ਵਿੱਚੋਂ 3 ਜਿਹੜੀਆਂ ਆਪ ਦੀਆਂ 3 ਕਾਂਗਰਸ ਦੀਆਂ ਨੇ ਜੀ। ਤਿੰਨਾਂ ਦੇ ਵਿੱਚ 2 ਨੂੰ ਜਿਹੜਾ ਰਾਜ ਮੰਤਰੀ ਦਰਜਾ ਦਿੱਤਾ ਗਿਆ ਸੀ, ਉਹ 2 ਨੂੰ ਜਿਹੜਾ ਸੀ ਕੈਬਨਿਟ ਰੈਂਕ ਦੇ ਦਿੱਤਾ ਗਿਆ ਵੀ ਤੁਸੀਂ ਕੈਬਨਿਟ ਮਿਨਿਸਟਰ ਹੋਗੇ ਜੀ। ਜਿਹੜੀ ਗੱਲ ਕੀਤੀ 9 ਮੰਤਰੀ ਸ਼ਾਮਲ ਕਰਨ ਦੀ ਗੱਲ ਕੀਤੀ ਆ, ਉਹ ਮੈਂ ਇਹ ਗੱਲ ਕਹੂੰਗਾ ਵੀ 9 ਮੰਤਰੀ ਜਿਹੜੇ ਆ ਉਹ ਕੈਟਾਗਰੀ ਤੌਰ 'ਤੇ ਨਹੀਂ ਸ਼ਾਮਲ ਕੀਤੇ ਗਏ ਜੀ, ਉਹ ਸਿਰਫ ਗਰੁੱਪ ਵਾਈਜ਼ ਕੀਤੇ ਗਏ। ਇਹ ਗਰੁੱਪ ਕੀਤਾ, ਇਹ ਗਰੁੱਪ ਕੀਤਾ, ਤੇ ਗਰੁੱਪਬੰਦੀ ਦੇ ਵਿੱਚ ਹਮੇਸ਼ਾ ਹੀ ਜਿਹੜੇ ਦਲ ਤੋਂ ਪਿੱਛੇ ਰਹਿ ਜਾਂਦੇ ਕਿਉਂਕਿ ਉਹਨਾਂ ਦੀ ਇੰਨੀ ਪਹੁੰਚ ਨਹੀਂ ਹੁੰਦੀ ਜੀ। ਡਾਕਟਰ ਰਾਜਕੁਮਾਰ ਵੇਰਕਾ ਤੁਸੀਂ ਗੱਲ ਕੀਤੀ, ਉਹਨਾਂ ਦੀ ਕਿਸੇ ਕੁ ਡਾਕਟਰ ਬਾਬੂ ਜਗਜੀਵਨ ਦੀ ਬੇਟੀ ਜਿਹੜੀ ਸੀ ਮੀਰਾ ਕੁਮਾਰ, ਬੜੀ ਪਹੁੰਚ ਹੁੰਦੀ ਸੀ, ਉਹਨਾਂ ਦੀ ਹਮੇਸ਼ਾ ਮਦਦ ਕਰਦੀ ਸੀ, ਲੇਕਿਨ ਉਹ ਜੇ ਇਸ ਵੇਲੇ ਆਪਣੀ ਆਪ ਮਦਦ ਨਹੀਂ ਕਰ ਸਕਦੀ, ਨਹੀਂ ਕਿੱਥੋਂ ਕਰੇਗੀ। ਲੇਕਿਨ ਰਾਈਟ ਬਣਦਾ ਸੀ ਵੀ ਇਹਦੇ ਵਿੱਚ ਘੱਟੋ ਘੱਟ 2 ਹੋਰ ਐਸਸੀ ਤੇ 1 ਦਾ ਬੈਕਵਰਡ ਦਾ ਬੰਦਾ ਲੈ ਜਾਣਾ ਚਾਹੀਦਾ ਸੀਗਾ, ਜਿਹੜੇ ਨਹੀਂ ਲੈ ਗਏ। ਤੇ ਇਹ ਜਿਹੜੀ ਮੈਰਿਟ ਤੇ ਬਿਹਾਫ ਤੇ ਨਹੀਂ ਕੀਤੀ ਗਈ, ਇਹ ਸਿਰਫ ਗਰੁੱਪਬੰਦੀ ਦੇ ਹਿਸਾਬ ਨਾਲ ਕੀਤੀ ਗਈ ਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਇਹੋ ਜਿਹੇ ਜਿਵੇਂ ਸੰਗਤ ਸਿੰਘ ਖਿਲਚੀਆਂ ਨੇ ਆਪਣਾ ਸੇਵਾ ਦਿੱਤਾ, ਤੇ ਹੋਰ ਵੀ ਕਈ ਇਹੋ ਜਿਹੇ ਕੰਮ ਕਰ ਸਕਦੇ ਆ ਜੇ ਹੁੰਦੀ, ਤੇ ਕਾਂਗਰਸ ਨੂੰ ਇਹਦਾ ਬਹੁਤ ਨੁਕਸਾਨ ਉਠਾਉਣਾ ਪਏਗਾ। ਆਮ ਆਦਮੀ ਪਾਰਟੀ ਇੱਕ ਮੰਗ ਕਰ ਰਹੀ ਹੈ, ਪੰਜਾਬ ਨੂੰ ਸਪੈਸ਼ਲ ਰਾਜ ਦਾ ਦਰਜਾ ਦੇਣ ਦੀ ਗੱਲ ਕੀਤੀ ਜਾ ਰਹੀ ਆ, ਜੰਮੂ ਕਸ਼ਮੀਰ ਦੇ ਨਾਲ ਤੁਲਨਾ ਜਿਹੜੀ ਆ ਉਹ ਕੀਤੀ ਜਾ ਰਹੀ ਆ, ਪੰਜਾਬ ਦੇ ਸਿਰ ਚੜੇ ਕਰਜ਼ੇ ਦੀ ਗੱਲ ਕੀਤੀ ਜਾ ਰਹੀ ਆ। ਉਹ ਮੰਗ ਨੂੰ ਕਿੰਨਾ ਕੁ ਤੁਸੀਂ ਦੇਖਦੇ ਜੇ ਕਿ ਜਾਇਜ਼ ਹੈ? ਵੇਖੋ ਜੀ, ਪੰਜਾਬ ਨੂੰ ਵਿਸ਼ੇਸ਼ ਦਰਜਾ ਦੇਣ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ, ਉਹ ਕੀਤੀ ਆ ਕੰਵਰ ਸੰਧੂ ਨੇ ਜੀ, ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ, ਕਿਉਂਕਿ ਇੱਕ ਉਹ ਕਾਮਯਾਬ ਪੱਤਰਕਾਰ ਰਹੇ ਨੇ ਜੀ, ਉਹਨਾਂ ਨੂੰ ਲਗਭਗ ਇਹਨਾਂ ਗੱਲਾਂ ਦਾ ਕਾਫੀ ਹੱਦ ਤੱਕ ਨੌਲੇਜ ਗਿਆਨ ਹੈ ਜੀ। ਦਰਜਾ ਮਿਲਣਾ ਚਾਹੀਦਾ ਵਾ, ਲੇਕਿਨ ਦੇਵੇਗਾ ਕੌਣ ਜੀ? ਸਭ ਤੋਂ ਪਹਿਲੀ ਗੱਲ ਤੇ ਮੈਂ ਕਿਹਾ ਸ਼ਾਇਦ ਕਿਸੇ ਦੇ ਨੋਟਿਸ ਨਾ ਹੋਵੇ, ਅਸੀਂ ਕਈ ਵਾਰੀ ਪ੍ਰੈਸ ਵਿੱਚ ਰੌਲਾ ਪਾ ਚੁੱਕੇ, ਕਈਆਂ ਨੂੰ ਪਤਾ ਹੀ ਨਹੀਂ ਗਾ। ਜਦੋਂ ਪੰਜਾਬ ਦੇ ਹਾਲਾਤ ਖਰਾਬ ਹੋਏ ਸੀ ਤੇ ਪੰਜਾਬ ਨੂੰ ਡਿਸਟਰਬ ਏਰੀਆ ਲਾਣੇ ਕਿਹਾ ਗਿਆ ਸੀ ਜੀ, ਗੜਬੜ ਵਾਲਾ ਇਲਾਕਾ ਗਰਦਾਨਿਆ ਗਿਆ ਸੀਗਾ ਜੀ, ਲੇਕਿਨ ਉਹ ਜਿਹੜੀ ਧਾਰਾ ਗੜਬੜ ਲਾਈ ਗਈ, ਅੱਜ ਤੱਕ ਉਹ ਧਾਰਾ ਜਿਹੜੀ ਖਾਰਜ ਨਹੀਂ ਕੀਤੀ ਗਈ। ਕਈ ਵਾਰੀ ਅਸੀਂ ਮੰਤਰੀਆਂ ਨੂੰ ਇਹ ਗੱਲ ਪੁੱਛੀ ਕਿ ਸੈਂਟਰ ਸਾਨੂੰ ਪਤਾ ਨਹੀਂ ਜੀ, ਅਸੀਂ ਜਾ ਕੇ ਵੇਖਾਂਗੇ। ਜਿੰਨਾ ਚਿਰ ਉਸ ਚੀਜ਼ ਨੂੰ ਇਹ ਖਤਮ ਨਹੀਂ ਕਰਦੇ, ਉਹਨਾਂ ਚਿਰ ਦਰਜੇ ਦੂਜੇ ਮਿਲਣ ਵਾਲੀ ਕੋਈ ਗੱਲ ਹੈ ਨਹੀਂ। ਉੱਥੇ ਦਰਜਾ ਕੋਈ ਮਿਲਣਾ, ਕੋਈ ਮੈਂ ਸਮਝਦਾ ਕੋਈ ਨਹੀਂ ਮਿਲਣਾ, ਨਾ ਮਿਲ ਸਕਦਾ ਹੀ ਹੈ। ਸਭ ਤੋਂ ਪਹਿਲਾਂ ਸਾਨੂੰ ਇਹਨੂੰ ਇੱਕ ਸ਼ਾਂਤਮਈ ਸੂਬਾ, ਅੱਜ ਦੀ ਡੇਟ ਦੇ ਵਿੱਚ ਸਭ ਤੋਂ ਵੱਧ ਸ਼ਾਂਤਮਈ ਸੂਬਾ ਪੰਜਾਬ ਦਾ, ਇਹਨੂੰ ਸ਼ਾਂਤਮਈ ਸੂਬਾ ਡਿਕਲੇਅਰ ਕਰਨਾ ਪਊਗਾ। ਜਿਹੜਾ ਗੜਬੜ ਲਿਖਿਆ ਕਰਾਇਆ ਵਾ ਉਹਨੂੰ, ਉਹ ਧਾਰਾ ਨੂੰ ਖਤਮ ਕਰਨਾ ਪਊਗਾ। ਲੇਕਿਨ ਉਸ ਪਾਸੇ ਕਿਸੇ ਦਾ ਧਿਆਨ ਹੀ ਨਹੀਂ ਗਾ। ਜੇ ਧਿਆਨ ਨਹੀਂ ਗਾ ਤਾਂ ਤੁਸੀਂ ਆਪ ਸਿਆਣੇ, ਫਿਰ ਦਰਜਾ ਕਿੱਥੋਂ ਮਿਲ ਜਾਣਾ? ਇੱਕ ਪੱਤਰਕਾਰ ਨੇ ਗੱਲ ਕੀਤੀ ਸੀ ਵੀ ਵਿਸ਼ੇਸ਼ ਪੈਕੇਜ ਮਿਲਣਾ ਚਾਹੀਦਾ, ਪੈਕੇਜ ਵੀ ਮਿਲਣਾ ਚਾਹੀਦਾ, ਦਰਜਾ ਵੀ ਮਿਲਣਾ ਚਾਹੀਦਾ ਵਾ। ਪੰਜਾਬ ਦੇ ਵਿੱਚ ਇੰਡਸਟਰੀ ਕਿਉਂ ਇੱਥੋਂ ਜਾ ਰਹੀ, ਉਹਦਾ ਕਾਰਨ ਕੀ ਆ ਜੀ? ਸਭ ਤੋਂ ਵੱਡਾ ਕਾਰਨ ਆ ਵੀ ਪਹਾੜੀ ਖੇਤਰਾਂ 'ਚ ਜਿਹੜੀ ਸਰਕਾਰ ਦੀ ਪਾਲਿਸੀ, ਜਿਹੜੀ ਬੰਜਰ ਜ਼ਮੀਨ ਉਹਦੀ ਵਰਤੋਂ ਕੀਤੀ ਜਾਵੇ ਇੰਡਸਟਰੀ ਵਾਸਤੇ, ਉਪਜਾਊ ਦੀ ਨਾ ਕੀਤੀ ਜਾਵੇ। ਜੇ ਪੰਜਾਬ ਨੂੰ ਤੁਸੀਂ ਇਹ ਕਹਿ ਕੇ ਪਹਾੜੀ ਏਰੀਆ ਨੂੰ ਤੁਸੀਂ ਰਿਆਇਤ ਦੇ ਰਹੇ ਹੋ, ਪੰਜਾਬ ਨੂੰ ਨਹੀਂ ਦੇ ਰਹੇ, ਤੇ ਫਿਰ ਕੰਵਰ ਸੰਧੂ ਦੀ ਬਿਲਕੁਲ ਜਾਇਜ਼ ਹੈ ਵੀ ਇਹਨੂੰ ਵਿਸ਼ੇਸ਼ ਦਰਜਾ ਦੇ ਕੇ, ਵਿਸ਼ੇਸ਼ ਪੈਕੇਜ ਦੇ ਕੇ ਜਿਹੜੇ ਸੀ ਇਹਦੀ ਡਿਵੈਲਪਮੈਂਟ 'ਤੇ ਕੰਮ ਕੀਤਾ ਜਾਵੇ। ਇਸ ਵੇਲੇ ਸਾਡੇ ਕੋਲ ਜੇ ਖੇਤੀਬਾੜੀ ਹੈਗੀ ਆ, ਜਿਹੜੀ ਹਿਮਾਚਲ ਦੇ ਵਿੱਚ ਤੁਹਾਨੂੰ ਮਿਲਦੀ 2 ਲੱਖ ਦੀ ਜ਼ਮੀਨ ਮਿਲਦੀ ਹੈ, ਇੱਥੇ 20 ਲੱਖ ਦੀ ਮਿਲਦੀ ਆ, ਕਿਉਂਕਿ ਇੰਡਸਟਰੀ ਦੇ 20 ਰੁਪਏ ਖਰਚੂਗਾ। ਇਹ ਉਪਜਾਊ ਜ਼ਮੀਨ ਆ, ਇੱਥੇ ਸਗੋਂ ਸਾਡਾ ਜਿਹੜਾ ਸਬਜ਼ੀਆਂ ਦਾ, ਫਲਾਂ ਦਾ, ਜੇ ਕਿਤੇ ਉਹ ਵਪਾਰ ਕੀਤਾ ਜਾਵੇ ਇੱਥੋਂ ਵਿਦੇਸ਼ਾਂ ਦਾ ਸਿੱਧਾ ਰਾਜਾਸਾਂਸੀ ਏਅਰਪੋਰਟ ਸਾਡੇ ਕੋਲ ਆ, ਤੇ ਮੇਰੇ ਖਿਆਲ ਉਹ ਬਹੁਤ ਫਾਇਦੇਮੰਦ ਹੋਏਗਾ ਪੰਜਾਬ ਲਈ। ਜੀ ਜੀ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇੱਕ ਮੁਲਾਕਾਤ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਨਾਲ ਕੀਤੀ ਗਈ, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਗਰਮ ਖਿਆਲੀ ਫਿਰ ਸਿਰ ਜਿਹੜਾ ਆ ਉਹ ਚੁੱਕ ਰਹੇ ਨੇ। ਬਾਹਰੋਂ ਉਹਨਾਂ ਨੂੰ ਫੰਡਿੰਗ ਹੁੰਦੀ ਆ, ਯੂਰਪ ਤੋਂ, UK ਤੋਂ, ਕੈਨੇਡਾ ਤੋਂ, ਬਹੁਤ ਸਾਰੇ ਮੁਲਕਾਂ ਦੀ ਉਹਨਾਂ ਨੇ ਗੱਲ ਜਿਹੜੀ ਆ ਉਹ ਕੀਤੀ ਆ। ਵਾਕਿਆ ਹੀ ਕੁਝ ਇਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਹੈ ਆ, ਜਾਂ ਸਿਰਫ ਇਹ ਕੋਈ ਇਹਦੇ ਪਿੱਛੇ ਵੀ ਸਿਆਸਤ ਆ?
ਵੇਖੋ ਜੀ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੀ ਇਹ ਜਨਮਦਾਤਾ ਨੇ, ਮੈਂ ਕਹੂੰ ਜੇ ਗੜਬੜ ਰਹੀ ਜੇ ਮੈਂ ਕਹੂੰਗਾ ਇਹਨਾਂ ਨੂੰ ਜੀ ਜਿਹੜੇ ਖਾੜਕੂਵਾਦ ਦੇ, ਜੀ ਕਿਉਂਕਿ ਜਦੋਂ 1994 ਵਿੱਚ ਬੁੱਤਰ ਝਕਾਲੀ ਨੂੰ ਜਿਹੜਾ ਸੀ ਮੰਗ ਪੱਤਰ ਭੇਜਿਆ ਸੀ ਖਾਲਿਸਤਾਨ ਦੀ ਪ੍ਰਾਪਤੀ ਦਾ, ਜੀ ਪਹਿਲੇ ਨੰਬਰ ਤੇ ਸਾਈਨ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਨੇ। ਜੀ ਅੱਜ ਉਹ ਸਾਥੀ ਇਹਨਾਂ ਨੂੰ ਅੱਤਵਾਦੀ ਵੱਖਵਾਦੀ ਲੱਗਦੇ ਨੇ, ਪੰਜਾਬ ਸਿਰ ਚੁੱਕ ਰਹੇ ਨੇ ਜੀ। ਜੀ ਪੰਜਾਬ ਬਿਲਕੁਲ ਸ਼ਾਂਤ ਆ ਜੀ, ਪੰਜਾਬ 'ਚ ਕੋਈ ਗੜਬੜ ਨਹੀਂ ਹੋਏਗੀ, ਨਾ ਹੋਣੀ ਆ, ਨਾ ਹੋਏਗੀ, ਨਾ ਕੋਈ ਗੜਬੜ ਚਾਹੁੰਦਾ ਵਾ। ਜੀ ਲੋਕਾਂ ਨੇ ਬਹੁਤ ਕੁਝ ਵੇਖਿਆ ਪੰਜਾਬ ਦੇ ਵਿੱਚ, ਪੰਜਾਬ ਦੇ ਲੋਕ ਸ਼ਾਂਤੀ ਚਾਹੁੰਦੇ, ਉਹ ਸ਼ਾਂਤੀ ਦੇ ਪੁਜਾਰੀ ਨੇ। ਜੀ ਅੱਜ ਮੈਨੂੰ ਇਹ ਦੱਸ ਦਿਓ, ਹਿੰਦੁਸਤਾਨ ਦੀ ਕਿਹੜੀ ਸਟੇਟ ਹੈ ਜਿੱਥੇ ਗੜਬੜ ਨਹੀਂ ਹੈਗੀ? ਜਿਸ ਤਰੀਕੇ ਨਾਲ ਇਸ ਵੇਲੇ ਸੈਂਟਰ ਸਰਕਾਰ ਕੰਮ ਕਰ ਰਹੀ ਹੈ, ਜੇ ਕਿਤੇ 10 ਕੁ ਸਾਲ ਮੋਦੀ ਸਾਹਿਬ ਹੋ ਰਹੇ ਤੇ ਮੈਂ ਇਹ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਹਾਂ ਵੀ ਹਿੰਦੁਸਤਾਨ ਨੂੰ ਕਈ ਟੁਕੜਿਆਂ 'ਚ ਵੰਡਿਆ ਜਾਵੇਗਾ। ਜੀ ਜਿਸ ਤਰ੍ਹਾਂ ਨਕਸਲਾਈਟ ਖੁੱਡੇ ਨੇ, ਤਾਮਿਲਨਾਡੂ ਆਪਣੀ ਏਕਤਾ ਰੱਖ ਕੇ ਬੈਠੇ ਵੀ ਸਾਨੂੰ ਵੱਖਰਾ ਚਾਹੀਦਾ, ਨਾਗਾਲੈਂਡ ਵਾਲੇ ਬੈਠੇ ਬੜੀ ਦੇਰ ਦੇ ਬੈਠੇ ਨੇ। ਇਸ ਕਰਕੇ ਕਈ ਸਟੇਟਸ ਨੇ ਜਿਹੜੀਆਂ ਉਹ ਵੱਖਰਾ ਰਾਜ, ਵੱਖਰੀ ਸਟੇਟ ਚਾਹੁੰਦੀਆਂ, ਵੱਖਰਾ ਕੰਟਰੀ ਚਾਹੁੰਦੀਆਂ, ਸਭ ਵੱਖਰਾ ਚਾਹੁੰਦੀਆਂ ਨੇ। ਅਸੀਂ ਪੰਜਾਬ ਨੇ ਸਿਰਫ ਅਧਿਕਾਰਾਂ ਦੀ ਮੰਗ ਕੀਤੀ। ਪੰਜਾਬ ਦੇ ਲੋਕਾਂ ਨੇ ਅੱਜ ਤੱਕ ਵੱਖਰੀ ਦੇਸ਼ ਦੀ ਮੰਗ ਨਹੀਂ ਕੀਤੀ। ਕੁਛ ਅਸੀਂ ਕਹਿ ਸਕਦੇ ਹਾਂ ਜਿਹੜੇ ਜਨੂਨੀ ਤੌਰ ਤੇ ਕਹਿ ਸਕਦੇ ਖਾਲਿਸਤਾਨ ਦੀ ਮੰਗ ਕਰਦੇ ਆ, ਲੇਕਿਨ ਉਹਨਾਂ ਦੀ ਵੀ ਖਾਲਿਸਤਾਨ ਨੂੰ ਵੱਖ ਹੋਣ ਦੀ ਗੱਲ ਨਹੀਂ ਕਰਦੇ। ਉਹ ਵੀ ਕਹਿੰਦੇ ਖਾਲਿਸਤਾਨ ਚਾਹੀਦਾ ਵੱਧ ਅਧਿਕਾਰਾਂ ਵਾਲਾ, ਜੀ ਜਿਸ ਤਰ੍ਹਾਂ ਜਿਹੜੀ ਅਮਰੀਕਾ ਵਰਗੇ ਕੰਟਰੀ ਦੇ ਵਿੱਚ ਨੇ, ਉਹ ਅਸੀਂ ਦੇਣ ਲਈ ਤਿਆਰ ਨਹੀਂ। ਜਦੋਂ ਸਭ ਤੋਂ ਪਹਿਲਾਂ ਅਸੀਂ ਗੱਲ ਕੀਤੀ ਸੀ ਵੱਧ ਅਧਿਕਾਰਾਂ ਦੀ, ਉਦੋਂ ਸਾਨੂੰ ਅੱਤਵਾਦੀ ਵੱਖਵਾਦੀ ਕਿਹਾ ਗਿਆ। ਅੱਜ ਹਰ ਸਟੇਟ ਮੰਗ ਕਰੀ ਵੱਧ ਅਧਿਕਾਰਾਂ ਦੀ ਗੱਲ ਕਰੀਏ। ਪੰਜਾਬ ਬਿਲਕੁਲ ਸ਼ਾਂਤ ਹੈ। ਜੇ ਇਹ ਸਿਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਮੈਂ ਕਹੂੰਗਾ ਕੀਤਾ ਜਾ ਰਿਹਾ, ਵੀ ਜਾਣ ਬੁੱਝ ਕੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ, ਨੌਜਵਾਨਾਂ ਦੇ ਜਿਹੜੇ ਅਸੀਂ ਇੱਕ ਪ੍ਰਕਾਰ ਦੇ ਜਿਹੜੀ ਸੀ ਦਬਾਅ ਪਾਉਣ ਲਈ ਕੀਤਾ ਜਾ ਰਿਹਾ, ਉਹ ਮਾੜੀ ਗੱਲ ਆ। ਇਹ ਕੈਪਟਨ ਸਾਹਿਬ ਨੂੰ ਇਹ ਨਹੀਂ ਕਰਨਾ ਚਾਹੀਦਾ। ਕੈਪਟਨ ਸਾਹਿਬ ਨੂੰ ਸੋਚ ਤੋਂ ਕੰਮ ਲੈਣਾ ਚਾਹੀਦਾ। ਜੀ ਪੰਜਾਬ ਦੇ ਵਿੱਚ ਬਿਜਲੀ ਦਰਾਂ ਦੇ ਵਿੱਚ ਵੀ ਵਾਧਾ ਕੀਤਾ ਗਿਆ ਆ, ਜਿਸ ਦੇ ਨਾਲ ਲੋਕਾਂ ਦੇ ਉੱਤੇ ਹੋਰ ਬੋਝ ਜਿਹੜਾ ਹੈ ਉਹ ਪਾ ਦਿੱਤਾ ਗਿਆ ਆ। ਸਰਕਾਰ ਖਜ਼ਾਨਾ ਖਾਲੀ ਹੋਣ ਦਾ ਰੌਲਾ ਬੜੇ ਚਿਰ ਤੋਂ ਪਾ ਰਹੀ ਆ। ਖਜ਼ਾਨਾ ਜਿਹੜਾ ਹੈ ਕਿੰਨਾ ਕੁ ਚਿਰ ਅਜੇ ਖਾਲੀ ਰਹੇਗਾ ਤੇ ਕੀ ਇਸ ਤਰੀਕੇ ਦੇ ਨਾਲ ਖਜ਼ਾਨਾ ਭਰਿਆ ਜਾ ਸਕਦਾ ਕਿ ਲੋਕ ਜਿਹੜੇ ਆ ਪਹਿਲੇ 10 ਸਾਲਾਂ ਦੇ ਰਾਜ ਤੋਂ ਸਤਾਏ ਹੋਏ ਕਾਂਗਰਸ ਨੂੰ ਚੁਣ ਬੈਠੇ ਆ ਤੇ ਹੁਣ ਫਿਰ ਉਹਨਾਂ ਦੇ ਉੱਤੇ ਟੈਕਸ ਵੀ ਲੱਗ ਰਿਹਾ ਆ ਤੇ ਨਾਲ ਦੀ ਨਾਲ ਜਿਹੜਾ ਵਾਧਾ ਲਗਾਤਾਰ ਹਰ ਇੱਕ ਚੀਜ਼ ਦੇ ਵਿੱਚ ਹੋ ਰਿਹਾ। ਵੇਖੋ ਜੀ, ਜਿਹੜੀ ਖਜ਼ਾਨਾ ਖਾਲੀ ਹੋਣ ਦੀ ਅਜੇ ਵੀ ਰੌਲਾ ਪਾਈ ਜਾ ਰਹੀ ਹੈ, ਉਹ ਗਲਤ ਆ ਜੀ। ਹਰ ਸਾਲ 31 ਮਾਰਚ ਨੂੰ ਹਿਸਾਬ ਕਿਤਾਬ ਹੁੰਦਾ ਤੇ ਅਗਲੇ ਸਾਲ ਦਾ ਬਜਟ ਤਿਆਰ ਹੁੰਦਾ ਤੇ ਫਿਰ ਟੈਕਸ ਆਉਂਦੇ ਤੇ ਖਜ਼ਾਨਾ ਭਰਦਾ ਵਾ ਜੀ। ਜੇ ਅਧਿਵੇਸੀ ਕਹਿ ਰਹੇ ਖਜ਼ਾਨਾ ਖਾਲੀ ਹੈ ਤੇ ਫਿਰ ਮੈਂ ਸੋਚਦਾ ਵੀ ਕਾਂਗਰਸ ਦੀ ਜਿਹੜੀ ਹੈ ਲੋਕਾਂ ਨੂੰ ਜਿਹੜੀ ਸਹੂਲਤਾਂ ਦੇਣ ਦੀ ਉਹਨੇ ਨੀਅਤ ਸਾਫ਼ ਨਹੀਂ ਹੈਗੀ। ਜੀ ਖਜ਼ਾਨਾ ਕੋਈ ਖਾਲੀ ਨਹੀਂ, ਇਹਨਾਂ ਦੀਆਂ ਨੀਤਾਂ ਖਾਲੀ, ਇਹਨਾਂ ਦੀ ਨੀਤਾਂ ਨਹੀਂ ਭਰੀਆਂ। ਇਹ ਚਾਹੁੰਦੇ 10 ਸਾਲ ਜਿਹੜੇ ਕਾਂਗਰਸੀ ਰਹੇ ਨੇ ਬਾਹਰ ਆਪਣੇ ਸੱਤਾ ਤੋਂ, ਉਹ ਚਾਹੁੰਦੇ ਆ ਵੀ ਅਸੀਂ ਕਿਸੇ ਤਰੀਕੇ ਨਾਲ ਬੜੀ ਜਲਦੀ ਅਮੀਰ ਹੋ ਜਾਈਏ। ਜਿਹੜਾ ਅਸੀਂ 10 ਤੱਕ ਆਪਣੇ ਘਰੋਂ ਖਾਧਾ ਉਹ ਕੱਢਣਾ ਕਿਵੇਂ ਅਸੀਂ? ਜੀ। ਅੱਜ ਵੇਖ 4 ਸਵੇਰੇ ਤੁਸੀਂ ਥਾਣੇ ਚੱਲ ਜਾਓ, ਪੁਲਿਸ ਕੋਲ ਚੱਲ ਜਾਓ, ਲੋਕਾਂ ਦੀ ਸਾਡੇ ਕੋਲ ਤੁਸੀਂ ਕਿਸੇ ਕੀ ਲੈਣਾ, ਲੇਕਿਨ ਲੋਕ ਕਹਿੰਦੇ ਵੀ ਅਸੀਂ ਥਾਣੇ ਵੀ ਜਾਂਦੇ ਤੇ ਪੁਲਿਸ ਵਾਲੇ ਆਏ ਤੇ ਕੀ ਲੈ ਚੱਲਦੇ ਤੇ ਕੀ ਦੇ ਚੱਲਦੇ। ਕੋਈ ਕੰਟਰੋਲ ਨਹੀਂ ਕਿਸੇ ਪਾਸੇ। ਪੁਲਿਸ ਵਾਲੇ ਅਫਸਰ ਆਪਸ ਵਿੱਚ ਲੜੀ ਜਾਂਦੇ ਆ, ਥੱਲੇ ਵਾਲੇ ਲੜੀ ਜਾਂਦੇ ਆ। ਜਿਨ੍ਹਾਂ ਨੇ ਲੋਕਾਂ ਨੂੰ ਜਿਨ੍ਹਾਂ ਲੋਕਾਂ ਦੀ ਸ਼ਾਂਤੀ ਸਥਾਪਿਤ ਕਰਨੀ, ਉਹ ਆਪ ਲੜ ਰਹੇ ਨੇ। ਇਸ ਕਰਕੇ ਪੰਜਾਬ ਦਾ ਖਜ਼ਾਨਾ ਖਾਲੀ ਨਹੀਂ, ਖਜ਼ਾਨੇ ਦਾ ਢੰਡੋਰਾ ਖਾਲੀ ਢੰਡੋਰਾ ਪਿੱਟ ਕੇ ਜਿਹੜਾ ਸੀ ਆਪਣੀ ਖਲ ਬਚਾਈ ਜਾ ਰਹੀ ਹੈ। ਜੀ ਜੀ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜਿਹੜੇ ਨਵੇਂ ਬਣੇ ਨੇ ਜੈਰਾਮ ਠਾਕੁਰ, ਉਹਨਾਂ ਵੱਲੋਂ ਇਹ ਮੰਗ ਕਰ ਦਿੱਤੀ ਗਈ ਹੈ ਕਿ ਪੰਜਾਬ ਨੂੰ ਪਾਣੀ ਜਿਹੜਾ ਆਉਂਦਾ ਵਾ, ਪੰਜਾਬ ਉਸ ਦੀ ਜਿਹੜੀ ਰੈਲਿਟੀ ਆ ਉਹ ਦੇਵੇ ਸਾਡੀ ਸਟੇਟ ਨੂੰ। ਨਾਲ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ 7.19% ਜਿਹੜਾ ਕਹਿੰਦੇ ਸਾਡਾ ਹਿੱਸਾ ਬਣਦਾ ਉਹ ਵੀ ਦਿੱਤਾ ਜਾਵੇ। ਇਹ ਕਿੰਨਾ ਕੁ ਜਾਇਜ਼ ਆ? ਇਹ ਕਿਸ ਤਰ੍ਹਾਂ ਦੀ ਮੰਗ ਆ? ਪਹਿਲੀ ਵਾਰ ਸੁਣਿਆ ਕਿ ਇਸ ਚੀਜ਼ ਦੀ ਮੰਗ ਜਿਹੜੀ ਆ ਕੀਤੀ ਜਾ ਰਹੀ ਹੈ। ਪਹਿਲੀ ਗੱਲ ਜਿਹੜੀ ਤੁਸੀਂ ਪਾਣੀ ਦੀ ਗੱਲ ਕੀਤੀ, ਉਹ ਗੱਲ ਠੀਕ ਹੈ ਜੀ, ਉਹਨਾਂ ਦੀ ਗੱਲ ਕੁਛ ਹੱਦ ਤੱਕ, ਕਿਉਂਕਿ ਰਿਪੇਰੀਅਨ ਲਾ ਜਿਹੜਾ ਉੱਥੇ ਲਾਗੂ ਹੁੰਦਾ ਵਾ ਜੀ। ਜਦੋਂ ਇੱਕ ਦਰਿਆ 2 ਸੂਬਿਆਂ 'ਚ ਲੰਘਦਾ ਵਾ। ਜੀ। ਹਰਿਆਣੇ ਦੇ ਵਿੱਚ ਕੋਈ ਦਰਿਆ ਨਹੀਂ ਲੰਘਦਾ, ਇਸ ਕਰਕੇ ਉੱਥੇ ਰਿਪੇਰੀਅਨ ਲਾ ਲਾਗੂ ਹੁੰਦਾ ਹੀ ਨਹੀਂਗਾ। ਅਸੀਂ ਰਿਪੇਰੀਅਨ ਲਾ ਦੀ ਜਾਣ ਬੁੱਝ ਕੇ ਮੰਗ ਕਰੀ, ਜੋ ਗਲਤ ਕਰ ਰਹੇ ਅਸੀਂ। ਜੀ। ਰਿਪੇਰੀਅਨ ਲਾ ਦੀ ਗੱਲ ਕਰਦੇ ਹਾਂ ਤੇ ਫਿਰ ਸਾਡਾ ਹਰਿਆਣਾ ਹਿਮਾਚਲ ਹੋ ਸਕਦਾ, ਹਰਿਆਣੇ ਦਾ ਕੋਈ ਨਹੀਂ। ਜੀ। ਹਰਿਆਣੇ ਨੂੰ ਅਸੀਂ ਜਿਹੜਾ ਜੇ ਪਾਣੀ ਬੰਦ ਕਰ ਦਈਏ ਤੇ ਜੇ ਰਿਪੇਰੀਅਨ ਲਾ ਦੀ ਗੱਲ ਕਰੀਏ ਤੇ ਫਿਰ ਉਹ ਆਪਣਾ ਦਾਅਵਾ ਨਹੀਂ ਜਤਾ ਸਕਦਾ। ਉਹਨਾਂ ਦੀ ਇਹ ਆ ਵੀ ਜੇ ਇੰਡੀਆ ਪੰਜਾਬ ਜਿਹੜਾ ਉਹ ਰਾਇਲਟੀ ਮੰਗ ਰਿਹਾ ਰਾਜਸਥਾਨ ਤੋਂ ਜਾਂ ਹੋਰ ਸਟੇਟ ਤੋਂ ਰਾਇਲਟੀ ਮੰਗ ਰਿਹਾ ਆਪਣੇ ਪਾਣੀ ਦੀ, ਤੇ ਰਾਇਲਟੀ ਦਾ ਹਿੱਸਾ ਸਾਨੂੰ ਦਿੱਤਾ ਜਾਵੇ। ਤੇ ਗੱਲ ਉਹਨਾਂ ਦੀ ਠੀਕ ਹੈ, ਕਿਉਂਕਿ ਪਾਣੀ ਹਿਮਾਚਲ ਚੋਂ ਆ ਰਿਹਾ ਵਾ। ਲੇਕਿਨ ਅਸੀਂ ਕਹਿੰਦੇ ਰੋਕ ਲਓ, ਤੁਸੀਂ ਰੋਕ ਸਕਦੇ, ਵਾਧਾ ਸਾਨੂੰ ਦੇ ਦਿਓ। ਹਿਮਾਚਲ ਦੇ ਵਿੱਚ ਪਾਣੀ ਉਹ ਨਹੀਂ ਰੋਕਿਆ ਜਾ ਸਕਦਾ, ਕਿਉਂਕਿ ਇਹ ਇੱਕ ਸਿਸਟਮ ਹੁੰਦਾ। ਪ੍ਰਤਾਪ ਸਿੰਘ ਕਹਿ ਰਹੇ ਨੇ ਜਦੋਂ ਹਰੀਕੇ ਡੈਮ ਬਣਾਇਆ ਸੀ, ਵੇਖੋ ਰਸਤੇ ਜ਼ਰੂਰ ਕਿਤੇ ਬਣ ਸਕਦਾ ਸੀ, ਲੇਕਿਨ ਉੱਥੇ ਬਣਾਇਆ ਜਿੱਥੇ 2 ਦਰਿਆ ਕੇ ਮਿਲਦੇ ਨੇ, 2 ਦਰਿਆਵਾਂ ਦਾ ਪਾਣੀ ਇਕੱਠਾ ਹੁੰਦਾ। ਉਦੋਂ ਬਸ ਜਿਹੜੀਆਂ 2 ਨਹਿਰਾਂ ਕੱਢੀਆਂ ਗਈਆਂ ਰਾਜਸਥਾਨ ਨੂੰ, ਅੱਜ ਵੀ ਜਿਹੜੀ ਰਾਜਸਥਾਨ ਨੂੰ ਉਦੋਂ ਨਹਿਰਾਂ ਸਿੰਜ ਰਹੀਆਂ ਨੇ, ਉਹ ਰਾਇਲਟੀ ਬਣਦੀ ਹੈ ਲੈਣੀ। ਤੇ ਰਾਇਲਟੀ ਪਰ ਦੇਵੇ ਕੌਣ? ਨਾ ਉਦੋਂ ਲਈ ਹੈ ਨਾ ਹੁਣ ਮਿਲੀ ਹੈ। ਜੇ ਉਹਨਾਂ ਦਾ ਦਾਅਵਾ, ਤੇ ਮੈਂ ਸੋਚਦਾ ਉਹ ਦਾਅਵਾ ਠੀਕ ਕੀਤਾ, ਕੋਈ ਰਿਪੇਰੀਅਨ ਲਾ ਦੇ ਮੁਤਾਬਕ ਉਹ ਠੀਕ ਨਹੀਂ। ਜੀ।
ਕਿਸਾਨਾਂ ਦਾ ਸਥਿਤੀ ਦਾ ਜੇਕਰ ਗੱਲ ਕੀਤੀ ਜਾਵੇ ਤਾਂ ਬੁਰਾ ਹਾਲ ਜਿਹੜਾ ਹੈ ਉਹ ਲਗਾਤਾਰ ਜਾਰੀ ਆ। ਬੜੀ ਰਾਹਤ ਦੀ ਗੱਲ ਜਿਹੜੀ ਆ, ਕਾਂਗਰਸ ਜਦੋਂ ਸੱਤਾ ਦੇ ਵਿੱਚ ਆਈ ਸੀ ਚੱਲ ਰਹੀ ਸੀ ਕਿ ਬਹੁਤ ਸਾਰੀ ਰਾਹਤ ਮਿਲੇਗੀ। ਕਿਸਾਨ ਜਿਹੜੇ ਆ ਉਹ ਮੰਡੀਆਂ ਦੇ ਵਿੱਚ ਫਸਲ ਲੈ ਕੇ ਜਾਂਦੇ ਸੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਸੀਗਾ ਕਿ ਅਸੀਂ ਕਦੀ ਫਸਲ ਰੁਲ ਨਹੀਂ ਦਿੱਤੀ, ਪਰ ਇਸ ਵਾਰ ਕੁਝ ਨਾ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਹੈ ਕਿ ਮੰਡੀਆਂ 'ਚ ਰਾਤਾਂ ਵੀ ਗੁਜ਼ਾਰਨੀਆਂ ਪੈਂਦੀਆਂ ਨੇ, ਫਸਲ ਦੀ ਲਿਫਟਿੰਗ ਵੀ ਨਹੀਂ ਹੋ ਰਹੀ, ਕਈ ਜਗ੍ਹਾ ਦੇ ਉੱਤੇ ਬੋਲੀ ਵੀ ਨਹੀਂ ਲੱਗ ਰਹੀ। ਜਿਹੜੀ ਬਠਿੰਡੇ ਏਰੀਏ ਦੀ ਮੈਂ ਗੱਲ ਕਰਾਂ ਤਾਂ FCI ਨੇ ਵੀ ਇਹ ਕਹਿ ਦਿੱਤਾ ਹੈ ਕਿ ਉਹ ਇਸ ਵਾਰ 5% ਕਣਕ ਹੀ ਖਰੀਦੇਗੀ, ਇਸ ਤੋਂ ਪਹਿਲਾਂ ਉਹ 20% ਖਰੀਦਦੀ ਸੀਗੀ। ਕਿਸ ਤਰ੍ਹਾਂ ਕਿਸਾਨਾਂ ਦੀ ਸਥਿਤੀ ਦਾ ਤੁਸੀਂ ਦੇਖਦੇ ਜੀ? ਵੇਖੋ ਜੀ, ਇਹ ਗਵਰਨਮੈਂਟ ਦਾ ਕੰਮ ਆ ਜੀ। ਗਵਰਨਮੈਂਟ ਨੂੰ ਕਣਕ ਖਰੀਦ ਦੇ ਪਹਿਲਾਂ ਪ੍ਰਬੰਧ ਕਰਨੇ ਚਾਹੀਦੇ। ਇਹ ਮੇਰੇ ਖਿਆਲ 10 ਅਪ੍ਰੈਲ ਤੋਂ ਲੈ ਕੇ 10 ਜੂਨ ਤੱਕ ਜਿਹੜੇ ਇਹ ਖਰੀਦਦਾਰੀ ਕਰਦੇ ਆ ਜੀ। ਜੇ ਇਹ ਕਰਦੇ 2 ਮਹੀਨੇ ਖਰੀਦਦਾਰੀ ਕਰਦੇ ਕਿ ਮਹੀਨਾ ਕਰਦੇ, ਮੈਨੂੰ ਪੂਰੀ ਗਿਆਨ ਨਹੀਂ ਇਹਦਾ, ਜੀ। ਲੇਕਿਨ ਉਹਦੇ ਵਿੱਚ ਕਣਕ ਲੋਕਾਂ ਦੀ ਖਰੀਦੀ ਜਾਣੀ ਚਾਹੀਦੀ ਆ। ਜੀ। ਜੋ ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਹੈ ਵੀ ਸੈਂਟਰ ਸਰਕਾਰ ਨੇ ਇਹਦੇ ਬਾਰਦਾਨਾ ਨਹੀਂ ਭੇਜਿਆ। ਉਹ ਸੈਂਟਰ ਸਰਕਾਰ ਦੀ ਜ਼ਿੰਮੇਵਾਰੀ ਤੇ ਸਟੇਟ ਗਵਰਨਮੈਂਟ ਨੂੰ ਜਾ ਕੇ ਉਹਦੇ ਸਰਾਣੇ ਮਿਲਣਾ ਚਾਹੀਦਾ, ਉੱਥੇ ਹੋਮ ਮਿਨਿਸਟਰ ਦੇ ਜਾਂ ਫੂਡ ਮਿਨਿਸਟਰ ਦੇ, ਵੀ ਸਾਨੂੰ ਬਾਰਦਾਨਾ ਭੇਜੋ। ਜੇ ਬਾਰਦਾਨੇ ਬਗੈਰ ਤੇ ਕਣਕ ਖਰੀਦੀ ਨਹੀਂ ਜਾ ਸਕਦੀ। ਜੀ। ਇਸ ਕਰਕੇ ਜੇ ਕਿਤੇ ਕੋਈ ਤਰੁੱਟੀ ਰਹਿ ਗਈ ਹੈ ਤੇ ਮੈਨੂੰ ਉਮੀਦ ਵੀ ਕੈਪਟਨ ਸਾਹਿਬ 1-2 ਦਿਨਾਂ ਤੱਕ ਪੂਰੀ ਕਰ ਲੈਣਗੇ। ਵੈਸੇ ਵੀ ਮੌਸਮ ਦਾ ਮਿਜਾਜ ਵਿਗੜਿਆ ਹੋਇਆ, ਤੁਸੀਂ ਵੇਖ ਹੀ ਰਹੇ ਹੋ। ਜੀ। ਕਿਤੇ ਗੜੇ ਪੈ ਰਹੇ, ਕਿਤੇ ਬਰਸਾਤ ਹੋ ਰਹੀ ਹੈ। ਅੱਜ ਜ਼ਰੂਰ ਧੁੱਪ ਨਿਕਲੀ ਥੋੜੀ ਜੀ, ਅਦਰਵਾਈਜ਼ ਜਿਹੜਾ ਸੀ ਕਾਫੀ ਦਿਨ ਮੌਸਮ ਖਰਾਬ ਰਿਹਾ। ਜੋ ਮੌਸਮ ਖਰਾਬ ਦੇ ਵਿੱਚ ਵੀ ਉਹ ਕਣਕ ਖਰੀਦੀ ਨਹੀਂ ਜਾ ਸਕਦੀ। ਜੀ। ਕਿ ਉਹ ਖਰੀਦਣਗੇ ਤੇ ਕਣਕ ਭਰੀ ਜਾਏਗੀ ਤੇ ਖਰਾਬ ਹੋਏਗੀ। ਜੀ। ਹਰਮਿੰਦਰ ਸਿੰਘ ਮਿੰਟੂ ਦੀ ਜੇਲ੍ਹ ਦੇ ਵਿੱਚ ਮੌਤ ਹੋਈ ਆ, ਉਸ ਮਾਮਲੇ ਨੂੰ ਸ਼ੱਕੀ ਨਿਗਾਹ ਦੇ ਨਾਲ ਵੀ ਦੇਖਿਆ ਜਾ ਰਿਹਾ ਹੈ, ਚਾਹੇ ਕਿ ਅੰਤਿਮ ਸੰਸਕਾਰ ਜਿਹੜਾ ਹੈ ਉਹ ਕਰ ਦਿੱਤਾ ਗਿਆ ਆ। ਤੁਸੀਂ ਕੀ ਸੋਚਦੇ ਜੇ ਕਿ ਵਾਕਿਆ ਹੀ ਇਹ ਸ਼ੱਕੀ ਮਾਮਲਾ ਹੈਗਾ ਆ ਜਾਂ ਨਹੀਂ ਹੈਗਾ? ਸ਼ੱਕੀ ਮਾਮਲਾ ਨਹੀਂ, ਸਪਸ਼ਟ ਸ਼ੱਕੀ ਹੈ ਜੀ। ਸ਼ੱਕੀ ਮਾਮਲਾ ਹੁੰਦਾ ਵੀ ਸ਼ੱਕ ਦਰਸਾਇਆ। ਜੀ। ਜਦੋਂ ਡਾਕਟਰਾਂ ਨੇ ਕਹਿਤਾ ਵੀ ਮਿੰਟੂ ਦੀ ਸਿਹਤ ਬਹੁਤ ਖਰਾਬ ਆ, ਇਹਨੂੰ ਇਮੀਡੀਏਟਲੀ ਜਿਹੜਾ ਵਾ ਹਸਪੀਟਲ ਪਹੁੰਚਾਇਆ ਜਾਵੇ, PGI ਭੇਜਿਆ ਜਾਵੇ। ਜੀ। ਕਿਉਂ ਨਹੀਂ ਭੇਜਿਆ ਸਰਕਾਰ ਨੇ? ਜੀ। ਜੀ। ਲੇਕਿਨ ਅੰਦਰੂਨੀ ਸੂਤਰਾਂ ਮੁਤਾਬਕ ਇਹ ਆ ਵੀ ਜਿਹੜਾ ਸੁਪਰਡੈਂਟ ਜੇਲ੍ਹ ਆ ਉਹਨੂੰ ਉੱਤਰੋਂ ਹਦਾਇਤਾਂ ਆਈਆਂ ਸੀ ਵੀ ਕਿਸੇ ਭੇਜਣ ਦੀ ਲੋੜ ਨਹੀਂ, ਜੋ ਹੁੰਦਾ ਹੋ ਜਾਣ ਦਿਓ। ਜੀ। ਇਸ ਕਰਕੇ ਮੈਂ ਸੋਚਦਾ ਵੀ ਸਾਡੀਆਂ ਜਥੇਬੰਦੀਆਂ ਜਿਹੜੀਆਂ ਹੈਗੀਆਂ ਕਾਫੀ ਦੇਰ ਤੋਂ ਰੌਲਾ ਪਾ ਰਹੀਆਂ, ਉਹਨਾਂ ਨੂੰ ਚਾਹੀਦਾ ਇੱਕ ਮੰਚ ਤੇ ਇਕੱਠੇ ਹੋ ਕੇ ਸੰਘਰਸ਼ ਵਿੱਢਣ, ਦਬਾਅ ਪਾਉਣ ਸਰਕਾਰ ਤੇ ਵੀ ਜਿਹੜੇ ਸਾਡੇ ਬਾਕੀ ਜਿਵੇਂ ਜਗਤਾਰ ਸਿੰਘ ਹਵਾਰਾ ਵਾ, ਜੀ। ਉਹਦੇ ਵੀ ਦਰਦ ਆ, ਪਿੱਠ 'ਚ ਕਾਫੀ ਦੇਰ ਦੀ ਇਲਾਜ ਨਹੀਂ ਕਰਵਾਇਆ ਜਾ ਰਿਹਾ। ਹਾਈ ਕੋਰਟ ਦੇ ਆਦੇਸ਼ ਵੀ ਮਿਲ ਗਏ। ਸਾਡੇ ਕੋਲ ਜੇ ਸਿਕਿਉਰਿਟੀ ਦਾ ਪ੍ਰਬੰਧ ਨਹੀਂ ਹੈਗਾ ਜੀ। ਪੰਜਾਬ ਦੇ ਵਿੱਚ 80,000 ਤੋਂ ਵਧੇਰੇ ਫੌਜ ਆ ਪੁਲਿਸ ਦੀ, ਤੇ ਜੇ ਤੁਸੀਂ 20 ਬੰਦੇ ਨਹੀਂ ਲਾ ਸਕਦੇ ਉੱਤੇ ਆਪਣੀ ਸਿਕਿਉਰਿਟੀ, ਫਿਰ ਮੈਂ ਕਿਹਾ ਫੌਜ ਘਰ ਨੂੰ ਤੋੜ ਦੇਣੀ ਚਾਹੀਦੀ ਹੈ। ਕੋਈ ਲੋੜ ਨਹੀਂ। ਹਰ ਇੱਕ ਬੰਦਾ ਭਾਵੇਂ ਜਿਹੜਾ ਮਰਜ਼ੀ ਹਿੰਦੁਸਤਾਨੀ, ਜਿਹੜਾ ਭਾਵੇਂ ਜੇਲ੍ਹ 'ਚ ਬੈਠਾ ਜਾਂ ਬਾਹਰ ਬੈਠਾ, ਤੇ ਕੋਈ ਮੌਲਿਕ ਅਧਿਕਾਰ ਨੇ, ਉਹਨਾਂ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਜੇ ਸਰਕਾਰ ਇਹ ਜ਼ਿੰਮੇਵਾਰੀ ਨਹੀਂ ਨਿਭਾਉਂਦੀ ਤੇ ਮੈਂ ਸੋਚਦਾ ਵੀ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਆਪਣੇ ਅਹੁਦੇ ਤੋਂ, ਤੇ ਘਰ ਬੈਠ ਜਾਣਾ ਚਾਹੀਦਾ। ਭੱਟੀ ਸਾਹਿਬ, ਇੱਕ ਨੈਸ਼ਨਲ ਖਬਰ ਇਹ ਆ ਕਿ ਸਪੈਸ਼ਲ CBI ਕੋਰਟ ਦੇ ਜੱਜ ਬ੍ਰਿਜ ਗੋਪਾਲ ਹਰਕ੍ਰਿਸ਼ਨ ਲੋਹੀਆ, ਜਿਨ੍ਹਾਂ ਦੀ ਜ਼ਿਕਰ ਜਿਹੜਾ ਇਹ ਹੋ ਰਿਹਾ ਕਿ ਉਹਨਾਂ ਦੀ ਮੌਤ ਇੱਕ ਪਾਰਟੀ ਦੇ ਵਿੱਚ ਗਏ, ਉੱਥੇ ਹਾਰਟ ਅਟੈਕ ਆ ਗਿਆ ਤੇ ਮੌਤ ਹੋ ਗਈ। ਉਸ ਸੰਬੰਧ ਦੇ ਵਿੱਚ ਕਈ ਪਟੀਸ਼ਨਾਂ ਵੀ ਪਾਈਆਂ ਗਈਆਂ, ਜਿਨ੍ਹਾਂ ਨੂੰ ਰੱਦ ਕਰਦਿਆਂ ਹੋਇਆਂ ਕੋਰਟ ਨੇ ਇਹ ਫੈਸਲਾ ਦੇ ਦਿੱਤਾ ਕਿ ਇਹ ਮੌਤ ਜਿਹੜੀ ਆ ਉਹ ਕੁਦਰਤੀ ਮੌਤ ਸੀਗੀ, ਹਾਰਟ ਅਟੈਕ ਆ ਗਿਆ, ਮੌਤ ਹੋ ਗਈ। ਇਸ ਦੇ ਵਿੱਚ ਕਿਤੇ ਨਾ ਕਿਤੇ ਰਾਹੁਲ ਗਾਂਧੀ ਦਾ ਜ਼ਿਕਰ ਵੀ BJP ਕਰ ਰਹੀ ਹੈ ਕਿ ਜਾਣਬੁੱਝ ਕੇ ਕੁਝ ਪਟੀਸ਼ਨਾਂ ਉਹਨਾਂ ਨੂੰ ਪਵਾਉਣ ਪਿੱਛੇ ਉਹਨਾਂ ਦਾ ਵੀ ਹੱਥ ਆ। ਕੀ ਇਹ ਮਾਮਲਾ ਕੀ ਹੈ? ਵੇਖੋ ਜੀ, ਜਸਟਿਸ ਲੋਇਆ ਦੀ ਜਿਹੜੀ ਮੌਤ ਹੋਈ ਹੈ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਗੀ ਵੀ ਉਹ ਸ਼ੱਕੀ ਮੌਤ ਆ। ਜੀ। 24 ਨਵੰਬਰ 2014 ਨੂੰ ਜਸਟਿਸ ਲੋਇਆ ਦੀ ਸਿਕਿਉਰਿਟੀ ਵਾਪਸ ਲੈ ਗਈ। ਜੀ। ਕਿਉਂਕਿ ਉਹਨੇ 30 ਨਵੰਬਰ ਨੂੰ ਇਹਦੇ ਮੁੱਖ ਦੋਸ਼ੀ ਅਮਿਤ ਸ਼ਾਹ, ਜਿਹੜਾ BJP ਦਾ ਪ੍ਰਧਾਨ, ਉਹਨੂੰ ਅਦਾਲਤ 'ਚ ਤਲਬ ਕੀਤਾ ਸੀ। ਜੀ। CBI ਦੀ ਸਪੈਸ਼ਲ ਕੋਰਟ ਦੇ ਵਿੱਚ ਉਹਨਾਂ ਨੇ ਪਹਿਲਾਂ ਇਹ ਕੀਤਾ ਵੀ ਉਹਦੀ ਸਿਕਿਉਰਿਟੀ ਵਾਪਸ ਲਈ। ਜੀ। 27 ਤਰੀਕ ਨੂੰ ਜਦੋਂ ਇੱਕ ਆਪਣੇ ਸਾਥੀ ਜੱਜਾਂ ਨੂੰ ਗਏ ਨੇ ਤੇ ਉਹਨਾਂ ਨੂੰ ਇਹ ਕਿਹਾ ਗਿਆ ਵੀ ਇਹਨਾਂ ਨੂੰ ਹਾਰਟ ਅਟੈਕ ਹੋਇਆ। ਜੀ। ਹਾਰਟ ਅਟੈਕ ਹੋਇਆ ਜਾਂ ਨਹੀਂ ਹੋਇਆ ਉਹ ਬਾਅਦ ਦੀ ਗੱਲ, ਲੇਕਿਨ ਉਹਨਾਂ ਦੀ ਜਿਹੜੀ ਲਾਸ਼ ਸੀਗੀ ਇੱਕ 3 ਵੀਲਰ 'ਚ ਪਾ ਕੇ ਜਿਹੜੀ ਸੀ ਹਸਪਤਾਲ ਪਹੁੰਚਾਈ ਗਈ, ਜਿੱਥੇ ਮੁੜ ਕੇ ਉਸ ਨੂੰ ਰੱਖਿਆ ਗਿਆ, ਆਪਣੇ ਮੁਰਦ ਘਰ 'ਚ ਰੱਖਿਆ ਗਿਆ। ਲੇਕਿਨ ਗੱਲ ਇਹ ਹੁੰਦੀ ਹੈ ਉਸ ਤੋਂ ਬਾਅਦ ਲਾਸ਼ ਜਿਹੜੀ ਆ ਉਹਨਾਂ ਦੇ ਘਰ ਨਹੀਂ ਪਹੁੰਚਾਈ, ਉਹਨਾਂ ਦੇ ਪਿੰਡ ਪਹੁੰਚਾਈ ਗਈ। ਇਹ ਗੱਲਾਂ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦੀਆਂ, ਔਰ ਜੇ ਕਿਸੇ ਨੇ ਰਿਟ ਕੀਤੀ ਆ ਉਹਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਜੱਜਾਂ ਨੂੰ ਜਵਾਬ ਦੇਣਾ ਚਾਹੀਦਾ। ਇਹ ਨਹੀਂ ਕਹਿਣਾ ਚਾਹੀਦਾ ਵੀ ਨਹੀਂ ਜੀ ਤੁਸੀਂ ਕੌਣ ਰਿਟ ਕਰਨ ਵਾਲੇ ਜੀ, ਉਹਦੀ 4 ਜੱਜ ਨਾਲ ਸੀ, ਉਹਦੀ ਹਾਰਟ ਅਟੈਕ ਨਾਲ ਮੌਤ ਹੋਈ ਹੈ। ਸਭ ਗੱਲ ਇਹ ਨਹੀਂ ਹੈਗੀ। ਗੱਲ ਸਿਰਫ ਇਹ ਆ ਵੀ ਸ਼ਹਾਬੂਦੀਨ ਕੇਸ ਦੇ ਵਿੱਚ ਜਿਹੜਾ ਸੀਗਾ ਦੂਸਰਾ ਜੱਜ ਜਿਹੜਾ ਅਪਾਇੰਟ ਹੋਇਆ, ਉਹ ਇੰਨਾ ਡਰ ਗਿਆ, ਉਹਨੇ ਡਰਦਿਆਂ ਸਾਰੇ ਮੁਲਜ਼ਮ ਬਰੀ ਕਰਤੇ।
ਕਿਉਂਕਿ ਡਾਕਟਰ ਲੋਇਆ ਤੋਂ ਪਹਿਲਾਂ ਜੱਜ ਸੀ, ਉਹਦੀ ਬਦਲੀ ਕੀਤੀ ਗਈ ਸੀ, ਇਸੇ ਕਰਕੇ ਵੀ ਉਹ ਸਖਤੀ ਵਰਤ ਰਿਹਾ ਸੀਗਾ। ਲੋਆ ਨੇ ਕਿਹਾ ਜੀ ਮੈਂ ਇਨਸਾਫ ਕਰੂੰਗਾ। ਲੋਇਆ ਨੂੰ ਜਿਹੜੇ ਸੀ 100 ਕਰੋੜ ਰੁਪਈਆ ਦੇਣ ਦੀ ਭੈਣ ਨੇ ਗੱਲ ਕੀਤੀ ਆ। ਬਹੁਤ 100 ਕਰੋੜ ਰੁਪਏ ਥੋੜ੍ਹਾ ਨਹੀਂ ਹੁੰਦਾ। 100 ਕਰੋੜ ਰੁਪਏ ਤੂੰ ਲੈ ਲਾ ਤੇ ਸਾਡੇ ਹੱਕ 'ਚ ਫੈਸਲਾ ਦੇ ਦੇ। ਉਹਨੇ ਪੈਸੇ ਨਹੀਂ ਲਏ, ਉਹਦੇ ਮੌਤ ਨੂੰ ਜਿਹੜਾ ਸੀ ਆਪਣੇ ਸੀ ਗਲੇ ਲਾ ਲਿਆ। ਇਸ ਕਰਕੇ ਮੈਂ ਇਹ ਗੱਲ ਕਹੂੰਗਾ ਵੀ ਇਹ ਜੋ ਹੋ ਰਿਹਾ ਉਹ ਗਲਤ ਹੋ ਰਿਹਾ। ਡਾਕਟਰ ਜਸਟਿਸ ਲੋਇਆ ਦੀ ਜਿਹੜੀ ਆ ਉਹ ਜਾਂਚ ਜਿਹੜੀ ਆ ਹੋਣੀ ਚਾਹੀਦੀ ਆ, ਕਿਉਂਕਿ ਉਹ ਮੌਤ ਸ਼ੱਕੀ ਆ। ਉਲਟਾ ਦੀਪਕ ਮਿਸ਼ਰਾ ਨੇ ਦੀਪਕ ਮਿਸ਼ਰਾ ਜਿਹੜਾ ਇਸ ਵੇਲੇ ਪੂਰੀ ਤਰ੍ਹਾਂ ਭਾਜਪਾ ਹੀ ਆ, ਰੰਗਿਆ ਪਿਆ ਭਾਜਪਾ ਦੇ ਵਿੱਚ, ਭਗਵੇ ਦੇ ਰੰਗ ਦੇ ਵਿੱਚ। ਔਰ ਉਹ ਕਹਿ ਰਿਹਾ ਵੀ ਨਹੀਂ ਜੀ ਇਹ ਤਾਂ ਪਟੀਸ਼ਨ ਗਲਤ ਪਾਈ ਆ। ਉਲਟਾ ਜਿਹੜੀ ਪਟੀਸ਼ਨ ਉਹਨੂੰ ਡਾਂਟ ਰਿਹਾ ਵਾ। ਬੀਜੇਪੀ ਜਿਹੜੀ ਆ ਉਹ ਦੋਸ਼ ਲਾ ਰਹੀ ਹੈ ਜੀ ਇਹ ਕਾਂਗਰਸ ਨੇ ਪਵਾਈ ਆ। ਹੁਣ 71 ਜਿਹੜੇ ਸੀ MP ਉਹਨਾਂ ਨੇ ਸਾਈਨ ਕਰਕੇ ਜਸਟਿਸ ਦੀਪਕ ਮਿਸ਼ਰਾ ਦੇ ਖਿਲਾਫ ਮਾਂ ਦੋਸ਼ ਦਾ ਜਿਹੜਾ ਸੀ ਐਪਲੀਕੇਸ਼ਨ ਦਿੱਤੀ ਆ। ਜੇ ਉਹ ਐਪਲੀਕੇਸ਼ਨ ਮਨਜ਼ੂਰ ਹੋ ਜਾਂਦੀ ਹੈ, ਮਾਂ ਦੋਸ਼ ਦਾ ਮੁਕੱਦਮਾ ਵੀ ਜੇ ਆ ਜਾਂਦਾ ਪਾਰਲੀਮੈਂਟ ਦੇ ਵਿੱਚ ਤੇ ਭਾਵੇਂ ਉਹ ਪਾਸ ਹੋਵੇ ਨਾ ਹੋਵੇ, ਲੇਕਿਨ ਦੀਪਕ ਮਿਸ਼ਰਾ ਦੇ ਉੱਤੇ ਇੱਕ ਕਲੰਕ ਲੱਗ ਜਾਵੇਗਾ ਵੀ ਜਿਹੜਾ ਕਦੀ ਮਿਟ ਨਹੀਂ ਸਕੇਗਾ। ਇਸ ਤੋਂ ਪਹਿਲਾਂ ਸ਼ਹਿਰ ਇੱਕ ਡਾਕਟਰ ਸਵਾਮੀ ਸੀ, ਵੀ ਸਵਾਮੀ ਸੀ, ਜਿਨ੍ਹਾਂ ਨੇ ਜਿਹੜੇ ਸੀ ਉਹਨਾਂ ਤੇ ਲੱਗਾ ਸੀ ਦੋਸ਼, ਮਾਂ ਦੋਸ਼ ਦਾ ਲਾਉਣ ਦੀ ਗੱਲ ਕੀਤੀ ਸੀ। ਉਸ ਦੀ ਵਜ੍ਹਾ ਕਿ ਘਰ ਨੂੰ ਚਲੇ ਗਏ ਸੀ ਵੀ ਜੇ ਤੁਸੀਂ ਮਾਂ ਦੋਸ਼ ਲੱਗ ਮੈਨੂੰ ਕੋਈ ਨਾ ਤੇ ਮੈਂ ਆਪ ਹੀ ਚੱਲ ਜਾਂਦਾ। ਇਸ ਕਰਕੇ ਦੀਪਕ ਮਿਸ਼ਰਾ ਦੇ ਉੱਤੇ ਭਗਵਾ ਰੰਗ ਜਿਹੜਾ ਬੜਾ ਪੂਰੀ ਤਰ੍ਹਾਂ ਚੜਿਆ ਪਿਆ ਵਾ। ਉਹ ਗੱਲ ਉਹੀ ਕਰਦਾ ਵਾ ਜਿਹੜੀ ਗੱਲ ਜਿਹੜੀ ਆ ਉਹ ਸਿਰਫ ਤੇ ਸਿਰਫ ਭਾਜਪਾ ਨੂੰ ਚੰਗੀ ਲੱਗੇ। ਇਹ ਗੱਲ ਨਹੀਂ ਹੋਣੀ ਚਾਹੀਦੀ। ਜੇ ਨਿਆਂਪਾਲਿਕਾ ਇਸ ਪਾਸੇ ਤੁਰ ਗਈ ਤੇ ਫਿਰ ਹਿੰਦੁਸਤਾਨ ਦੇ ਲੋਕਾਂ ਨੂੰ ਇਨਸਾਫ ਲੈਣ ਲਈ ਫਿਰ ਇਨਕਲਾਬ ਦੀ ਮੰਗ ਕਰਨੀ ਪਏਗੀ। ਜੇ ਉਹ ਇਨਕਲਾਬ ਹੁੰਦਾ ਤੇ ਫਿਰ ਹਿੰਦੁਸਤਾਨ ਦਾ ਕਿੰਨਾ ਨੁਕਸਾਨ ਹੁੰਦਾ ਉਹ ਤਾਂ ਫਿਰ ਸਮਾਂ ਦੱਸੇਗਾ। ਕਹਿਣ ਤੋਂ ਭਾਵ ਕਿ ਪੂਰਾ ਸਿਸਟਮ ਜਿਹੜਾ ਹੈ, ਚਾਹੇ ਉਹ ਕਾਨੂੰਨੀ ਤੌਰ ਦੇ ਉੱਤੇ ਜਿੰਨਾ ਵੀ ਜੁਡੀਸ਼ਰੀ ਜਿਹੜੀ ਕੰਮ ਕਰਦੀ ਹੈ, ਉਸ ਨੂੰ ਵੀ ਜਿਹੜੀ ਬੀਜੇਪੀ ਦੀ ਸਰਕਾਰ ਆ ਉਸਨੇ ਆਪਣੇ ਹੱਥਾਂ ਦੇ ਵਿੱਚ ਕਰ ਲਿਆ। ਬਿਲਕੁਲ ਜੀ। ਵੇਖੋ ਪਹਿਲਾਂ ਕਿਹਾ ਜਾਂਦਾ ਸੀ ਵੀ ਵੇਖੋ ਸਿਰਫ ਦੇ ਜਿਹੜੀ ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਜਿਹੜੀਆਂ ਉਹ ਬਿਲਕੁਲ ਇਕੱਠੀਆਂ ਹੋ ਗਈਆਂ। ਉਹ ਇਕੱਠੀਆਂ ਹੋਣ ਕਰਕੇ ਲੋਕਾਂ ਨੂੰ ਇਨਸਾਫ ਮਿਲਣ ਦੀ ਕਹਾਣੀ ਖਤਮ ਹੋ ਗਈ ਹੈ। ਦੋ ਚੀਜ਼ਾਂ ਰਹਿ ਗਈਆਂ ਸੀ। ਇੱਕ ਰਹਿ ਗਿਆ ਸੀ ਮੀਡੀਆ, ਜਿਹਨੂੰ ਅਸੀਂ ਡੈਮੋਕ੍ਰੇਸੀ ਦਾ ਜਿਹੜਾ 4th ਪਿਲਰ ਕਹਿੰਦੇ ਹਾਂ। ਦੂਸਰਾ ਰਹਿ ਗਿਆ ਸੀ ਨਿਆਂਪਾਲਿਕਾ, ਜਿਹਨੂੰ ਤੀਸਰਾ ਥੰਮ ਕਹਿੰਦੇ ਅਸੀਂ। ਜੇ ਨਿਆਂਪਾਲਿਕਾ ਵੀ ਵਿਕਾਊ ਹੋ ਗਈ ਅਤੇ ਮੀਡੀਆ ਵਿਕਾਊ ਹੋ ਗਿਆ ਤੇ ਫਿਰ ਲੋਕਾਂ ਨੇ ਜਿਹੜੇ ਇਨਸਾਫ ਲੈਣ ਵਾਸਤੇ ਲੋਕਾਂ ਨੂੰ ਆਪਣੀ ਜਿਹੜੀ ਸੀ ਆਪਣੇ ਹੱਥੀਂ ਇਨਸਾਫ ਲੈਣਾ ਪਊਗਾ। ਉਹਦੇ ਸਿੱਟੇ ਚੰਗੇ ਨਹੀਂ ਨਿਕਲਣੇ, ਨੁਕਸਾਨ ਦੇਸ਼ ਦਾ ਹੋਊਗਾ। ਜਦੋਂ ਲੋਕ ਸੜਕਾਂ 'ਤੇ ਆ ਜਾਣ ਫਿਰ ਤੋਪਾਂ ਅਤੇ ਟੈਂਕ ਅਤੇ ਜਹਾਜ਼ ਜੂਝ ਕੋਈ ਸਵਾਰਦੇ ਨਹੀਂ, ਫਿਰ ਲੋਕਾਂ ਦੀ ਰਾਏ ਮੰਨਣੀ ਪੈਂਦੀ ਹੈ। ਲੋਕ ਸੜਕਾਂ 'ਤੇ ਆਉਣ ਲਈ ਤਿਆਰ ਨੇ। ਸਰਕਾਰ ਨੂੰ ਚਾਹੀਦਾ ਵੀ ਇਸ ਚੀਜ਼ ਨੂੰ ਰੋਕ ਕੇ ਪੰਜਾਬ ਦੇ ਵਿੱਚ ਡੈਮੋਕ੍ਰੇਸੀ ਉਹ ਬਹਾਲ ਕੀਤੀ ਜਾਵੇ। ਜੇ ਡੈਮੋਕ੍ਰੇਸੀ ਬਹਾਲ ਨਹੀਂ ਕੀਤੀ ਜਾਂਦੀ ਤੇ ਫਿਰ ਮੈਂ ਸੋਚਦਾ ਵੀ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਹੈ। ਅੰਤ ਦੇ ਉੱਤੇ ਪੱਟੀ ਸਾਹਿਬ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਮੀਟਿੰਗ ਹੋਈ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਗਰੀਬ ਲੜਕੀਆਂ ਜਿਹੜੀਆਂ ਆ ਉਹਨਾਂ ਦੇ ਵਿਆਹਾਂ ਦੇ ਉੱਤੇ ਉਹ 5100 ਰੁਪਇਆ ਦੇਣਗੇ। IPS IAS ਆਫੀਸਰ ਜੇ ਕੋਈ ਸਿੱਖ ਵਿਅਕਤੀ ਜੇ ਬੱਚਾ ਬਣਦਾ ਜਿਹੜਾ ਉਹਨਾਂ ਨੂੰ ਵੀ ਰਾਸ਼ੀ ਜਿਹੜੀ ਦਿੱਤੀ ਜਾਊਗੀ। ਸਿੱਖ ਖਿਡਾਰੀਆਂ ਨੂੰ ਵੀ ਰਾਸ਼ੀ ਜਿਹੜੀ ਆ ਉਹ ਦਿੱਤੀ ਜਾਊਗੀ। ਇਹ ਕੋਈ ਨਵਾਂ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਹੈ ਜਾਂ ਪਹਿਲਾਂ ਵੀ ਇਹ ਐਲਾਨ ਕੀਤੇ ਗਏ ਜਾਂ ਕਿਸੇ ਨੂੰ ਪੈਸਾ ਦਿੱਤਾ ਵੀ ਗਿਆ? ਬੀਬੀ ਜਗੀਰ ਕੌਰ ਜਦੋਂ ਪ੍ਰਧਾਨ ਬਣੀ ਸੀ ਉਹਨੇ ਅਨਾਉਂਸ ਕੀਤਾ ਵੀ ਲੋਕੀ ਜਿਹੜੇ ਪੈਲਸਾਂ ਦੇ ਵਿੱਚ ਰਿਜ਼ੋਰਟ ਸ਼ਾਦੀ ਕਰਦੇ ਉਹ ਨਾ ਕਰਨ ਜੀ, ਸਾਡੇ ਗੁਰਦੁਆਰੇ ਜਾ ਕੇ ਸ਼ਾਦੀ ਕਰਨ ਜੀ। ਅਸੀਂ ਲੰਗਰ ਵੀ ਕੋਲੋਂ ਛਕਾਵਾਂਗੇ ਉਹਨਾਂ ਨੂੰ ਜੀ। ਲੇਕਿਨ ਅੱਜ ਤੁਸੀਂ ਜੇ ਗੁਰਦੁਆਰਾ SGPC ਦਾ ਵੀ ਸ਼ਾਦੀ ਕਰ ਜਾਂਦੇ ਤੁਹਾਡੇ ਕੋਲ ਕਹਿੰਦੇ ਜੀ ਆਹ ਕੀਰਤਨ ਦੇ ਪੈਸੇ ਨੇ ਅਤੇ ਆਹ ਲਾਵਾਂਕਰੀ ਦੇ ਪੈਸੇ ਬਕਾਇਦਾ ਤੌਰ 'ਤੇ ਤੁਹਾਨੂੰ 1500 ਰੁਪਏ ਦੀ ਰਸੀਦ ਕੱਢ ਕੇ ਦਿੱਤੀ ਜਾਂਦੀ ਹੈ ਜੀ। ਜੇ 1500 ਰੁਪਏ ਦੀ ਰਸੀਦ ਕੱਢ ਕੇ ਦਿੰਦੇ ਤੁਸੀਂ ਕਿਹਦੀ ਮਦਦ ਕਰੋਗੇ ਜੀ? ਗਰੀਬ ਬੱਚਿਆਂ ਦੀ ਮਦਦ ਕਰਨ ਦੀ ਗੱਲ ਕੀਤੀ, ਅੱਜ ਤੱਕ ਕੀਤੀ ਕਿਹਦੀ? ਅੱਜ ਤੱਕ ਦੱਸਣ ਵੀ ਕਿਹੜੇ IAS IPS ਅਫਸਰ ਨੂੰ ਜਿਹੜੇ ਸੀ ਦਿੱਤਾ ਇਹਨਾਂ ਨੇ ਸਹਾਇਤਾ ਕੀਤੀ ਹੈ ਜਾਂ ਉਹਨੂੰ ਸਨਮਾਨਿਤ ਕੀਤਾ? ਦੱਸ ਦਿਨ ਕਿਸੇ ਕੀਤਾ ਹੋਵੇ। ਜਥੇਦਾਰ ਟੌੜਾ ਨੇ ਕੀਤਾ ਸੀ ਵੀ 5 ਸਾਲ ਦੇ ਇੱਕ ਰੱਖੇ ਸੀ ਇਨਾਮ, 5 ਸਨਮਾਨ ਰੱਖੇ ਜੀ, 5 ਸਨਮਾਨ ਕੀਤੇ ਜਾਣਗੇ। ਉਹ ਚੁਣੇ ਗਿਆ ਸੀ ਜੀ। ਕੋਈ ਸਿੱਖ ਸਕਾਲਰ ਹੋਵੇ, ਕੋਈ ਸਿੱਖ ਪੱਤਰਕਾਰ ਹੋਵੇ, ਸਿੱਖ ਵਿਦਵਾਨ ਹੋਵੇ, ਲਾਈਕ ਜਿਸ ਨੂੰ ਚੁਣੇ ਸੀਗੇ। ਉਹ ਵੀ 2-4 ਸਾਲ ਪ੍ਰੋਗਰਾਮ ਚੱਲਿਆ, ਲੇਕਿਨ ਉਹ ਵੀ ਬੰਦ ਕਰ ਦਿੱਤਾ ਗਿਆ। ਉਦੋਂ 51000 ਰੁਪਏ ਰੱਖਿਆ ਸੀ ਉਹਨਾਂ ਨੇ, 51000 ਰੁਪਏ ਦੇਵਾਂਗੇ, ਨਾਲ ਅਸੀਂ ਨਾਲ ਤਸ਼ਤਰੀ ਦੇਵਾਂਗੇ, ਨਾਲ ਲੋਈ ਦੇਵਾਂਗੇ, ਨਾਲ ਕਿਰਪਾਨ ਦੇਵਾਂਗੇ, ਨਾਲ ਮਾਡਲ ਦੇਵਾਂਗੇ, ਜੋ ਵੀ ਦੇਣ। ਲੇਕਿਨ ਉਸ ਤੋਂ ਬਾਅਦ ਉਹ ਵੀ ਬੰਦ ਕਰ ਦਿੱਤਾ ਗਿਆ। SGPC ਗੱਲਾਂ ਤਾਂ ਕਰਦੀ ਵੱਡੀਆਂ ਮਤੇ ਵੀ ਪਾਸ ਕਰ ਦਿੰਦੀ ਹੈ, ਸਭ ਕੁਝ ਕਰ ਦਿੰਦੀ ਹੈ, ਲੇਕਿਨ ਉਹਨੂੰ ਇੰਪਲੀਮੈਂਟ ਜਿਹੜੀ ਆ ਉਹ ਨਹੀਂ ਕਰਦੀ। ਜਿੰਨ ਚਿਰ ਇੰਪਲੀਮੈਂਟ ਨਹੀਂ ਹੁੰਦੇ ਉਹਨਾਂ ਚਿਰ ਮਤਿਆਂ ਦੀ ਜਾਂ ਉਹਨਾਂ ਦੀ ਮੀਟਿੰਗਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ। ਜੀ। ਸੋ ਬਿਲਕੁਲ ਪ੍ਰੋਗਰਾਮ ਚਰਚਾ ਦੇ ਵਿੱਚ ਸੀਨੀਅਰ ਪੱਤਰਕਾਰ ਸਰਦਾਰ ਜਸਵੀਰ ਸਿੰਘ ਜੀ ਪੱਟੀ, ਜਿਨ੍ਹਾਂ ਨੇ
ਸਾਰੀਆਂ ਹੀ ਖਬਰਾਂ ਜਿਹੜੀਆਂ ਉਹਨਾਂ ਦੇ ਉੱਤੇ ਵਿਸਥਾਰਪੂਰਵਕ ਜਾਣਕਾਰੀ ਜਿਹੜੀ ਆ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਦਰਸ਼ਕਾਂ ਨੂੰ ਦਿੱਤੀ। ਸੋ ਅਸੀਂ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਭਾਰਤ ਦਾ ਸਿਸਟਮ ਜਿਹੜਾ ਆ ਉਹ ਚੱਲ ਰਿਹਾ। ਸੋ ਬਹੁਤ ਸਾਰੀ ਜਾਣਕਾਰੀ ਹਰ ਹਫਤੇ ਤੁਹਾਡੇ ਤੱਕ ਜਿਹੜੀ ਆ ਉਹ ਪਹੁੰਚਾਉਂਦੇ ਰਹਿੰਦੇ ਹਾਂ ਅਸੀਂ। ਸੋ ਅੱਜ ਦੇ ਇਸ ਪ੍ਰੋਗਰਾਮ ਚਰਚਾ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਇੱਥੇ ਹੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।